ਮਲੋਟ ਤੋਂ ਉਦਾਹਰਨ ਲੈ ਲੈਣੀ ਚਾਹੀਦੀ ਹੈ। ਪੰਜਾਬੀ ਫਿਰ ਕੀ ਹਾਲ ਕਰਦੇ ਨੇ ਜਿਹੜੇ ਲੋਕ ਨਹੀਂ ਸਬਕ ਲੈਂਦੇ। ਇਹ ਬੀਜੇਪੀ ਦੇ ਸਾਰੇ ਲੀਡਰਾਂ ਨੂੰ ਮੈਂ ਹਿੱਕ ਠੋਕ ਕੇ ਕਹਿੰਦਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਹਿੰਗਾ ਪਊਗਾ ਇਹਨਾਂ ਨੂੰ। ਕਿਸਾਨ ਵੀਰਾਂ ਦੇ ਨਾਲ ਲਿਆ ਹੋਇਆ ਇਹ ਵਾਲਾ ਜਿਹੜਾ ਦੁਸ਼ਮਣੀਆਂ ਪਾਈਆਂ ਨੇ ਬਹੁਤ ਮਹਿੰਗੀਆਂ ਪੈਣੀਆਂ ਨੇ। ਸਾਫ਼ ਸ਼ਬਦਾਂ 'ਚ ਕਲੀਅਰ ਕਰਨਾ ਚਾਹੁੰਦਾ ਵੀ ਆਪਦੇ ਲੋਹੇ ਦੇ ਕੱਛੇ ਪਾ ਲਓ, ਭਾਵੇਂ ਜੋ ਮਰਜ਼ੀ ਕਰ ਲਓ। ਜੇ ਪਾਟੜ ਤੇ ਆ ਗਏ ਨਾ ਫਿਰ ਲੋਕ ਨੰਗੇ ਕਰ ਕਰਕੇ ਸੜਕਾਂ 'ਤੇ ਭਜਾਉਣਗੇ। ਲੱਕੇ ਸਿਧਾਣੇ ਵਰਗਿਆਂ ਨੂੰ ਕਹਿੰਦੇ ਨੇ ਵੀ ਇਹ ਗਰਮ ਖਿਆਲੀਏ ਨੇ, ਤਾਂ ਹੈਗੇ ਆ ਭਾਈ। ਗਰਮ ਖਿਆਲੀਆਂ ਬਿਨਾਂ ਤੁਹਾਡਾ ਹੱਲ ਨਹੀਂ ਹੋਣਾ। ਜੇ ਸਰਕਾਰ ਹਿੱਲੂਗੀ ਤਾਂ ਗਰਮ ਖਿਆਲੀਆਂ ਕਰਕੇ ਹਿੱਲੂਗੀ, ਇਹ ਗੱਲ ਨੋਟ ਕਰਨ। ਇਹ ਜਿਹੜੀਆਂ ਜਥੇਬੰਦੀਆਂ ਨੇ ਲੁੱਟੂਆਂ ਦਾ ਟੋਲਾ ਆ, ਤੇ ਪ੍ਰਿੰਸ ਵੀਰ ਨੇ ਕਿਹਾ ਕੁਛ ਕੁ ਨੇ ਇਹ ਸਾਰੇ ਇੱਕੋ ਜਿਹੇ ਨੇ। ਇਹ ਕਹਿੰਦੇ ਆ ਦੀਪ ਸਿੱਧੂ ਦੀ ਜਿਹੜੀ ਫੋਟੋ ਆ ਜੀ ਇਹ ਸੰਨੀ ਦਿਓਲ ਨਾਲ ਸੀ, ਇਹਨਾਂ ਦੀਆਂ ਵੀ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਨਾਲ ਨੇ। ਇਹ ਕਾਮਰੇਡ ਜਿਹੜੇ ਸੀਗੇ, ਇੱਕ ਬਾਈ ਆ ਸਾਡਾ ਵੀਰ ਕਹਿੰਦਾ ਸੀ ਵੀ ਇਹ ਸਾਈਕਲਾਂ ਤੋਂ ਜਹਾਜ਼ਾਂ ਤੱਕ ਪਹੁੰਚ ਗਏ, ਇਹ ਗਦਾਰੀ ਕਰਕੇ ਪਹੁੰਚੇ ਨੇ। ਇਹ ਸੰਯੁਕਤ ਕਿਸਾਨ ਮੋਰਚੇ ਵਾਲੇ ਗਦਾਰ ਲਾਣਨ ਨੂੰ 1 ਮਿੰਟ ਲਾਉਂਦੇ ਆ। ਜੇ ਤੁਸੀਂ ਜਾਣਾ ਆਪਣਾ ਆਈ ਕਾਰਡ ਇਹਨਾਂ ਤੋਂ ਬਣਵਾ ਕੇ ਜਾਇਓ, ਵੀ ਕੱਲ ਨੂੰ ਤੁਹਾਨੂੰ ਉੱਥੇ ਸਟੈਂਪ ਲਵਾ ਕੇ ਜਾਇਓ। ਇਹਦਾ ਸਿੱਧਾ ਹੀ ਮੁੱਕਰ ਜਾਂਦੇ ਆ ਬਈ ਦੀਪ ਸਿੱਧੂ ਸਾਡਾ ਹੈ ਨਹੀਂ, ਲੱਖਾ ਸਿਧਾਣਾ ਸਾਡਾ ਹੈ ਨਹੀਂ। ਇਹ ਜਿਹੜੇ 32 ਬੰਦੇ ਰਲ ਕੇ ਇੱਕ ਡੇਟ ਨਹੀਂ ਤੈਅ ਕਰ ਸਕਦੇ। ਇਹਨਾਂ ਨੇ ਨੌਜਵਾਨਾਂ ਨੂੰ ਕਿੱਥੇ ਇਕੱਠਾ ਕਰਨਾ। ਇੱਕ ਉੱਥੇ ਇੱਕ ਹੋਰ ਬੈਠੀ ਆ ਸੋਨੀਆ ਮਾਨ, ਮੈਂ ਉਹਦੀ ਗੱਲ ਕਰੂੰਗਾ। ਉਹ ਕਦੀ ਕਹਿੰਦੀ ਆ ਜੀ ਜਿਹੜਾ ਸਾਡਾ ਮਾਸੜ ਆ ਕੇ ਫੁੱਫੜ ਆ ਜਿਹੜਾ ਵੀ ਕਹਿੰਦੀ ਆ ਵੀ ਉਹ ਸਾਡਾ ਖਾਲਿਸਤਾਨੀ ਸੋਚ ਵਾਲਾ, ਤੇ ਮੈਂ ਕਹਿੰਦੀ ਮੈਂ ਕਾਮਰੇਡੀ ਆ। ਉਹ ਨਿਸ਼ਾਨ ਸਾਹਿਬ ਨੂੰ ਨਿਸ਼ਾਨ ਸਾਹਿਬ ਕਹਿੰਦੇ ਆ, ਇਹ ਕਹਿੰਦੀ ਜੀ ਝੰਡਾ ਆ। ਪਹਿਲਾਂ ਤਾਂ ਇਹ ਜਿਹੀਆਂ ਜਿਹੜੀਆਂ ਭੇਡਾਂ ਉੱਥੇ ਬੈਠੀਆਂ, ਮੈਂ ਭੇਡਾਂ ਹੀ ਕਹੂੰਗਾ। 32 ਜਥੇਬੰਦੀਆਂ ਭੇਡਾਂ ਤਾਂ ਹੈਗੀਆਂ ਨੇ ਜਿਹੜੀਆਂ ਉਹਨਾਂ ਨੇ ਭੇਡਾਂ ਨੂੰ ਅੱਗੇ ਆਪਣਾ ਕੱਦ ਵਧਾਉਣ ਲੱਗ ਵੀ ਕੱਲ ਨੂੰ ਇਲੈਕਸ਼ਨ ਵੀ ਲੜਨੀ ਆ, ਸਾਨੂੰ ਉੱਥੇ ਵੀ ਯੂਥ ਚਾਹੀਦਾ। ਇਹੋ ਜਿਹੀਆਂ ਭੇਡਾਂ ਉਹਨਾਂ ਨੇ ਟੀਵੀ ਮੂਹਰੇ ਤੁਹਾਡੇ ਚੈਨਲਾਂ ਮੂਹਰੇ ਅੱਗੇ ਕੀਤੀਆਂ ਵੀ ਇਹਨਾਂ ਨਾਲ ਯੂਥ ਨੂੰ ਅਸੀਂ ਅਟਰੈਕਟ ਕਰਕੇ ਆਪਣੇ ਵੱਲ ਨੂੰ ਆ ਜਾਈਏ। ਤੇ ਸੰਯੁਕਤ ਕਿਸਾਨ ਮੋਰਚੇ ਦੇ ਉੱਤੇ ਸਟੇਜ ਦੇ ਉੱਤੇ ਕਬਜ਼ਾ ਕਰਕੇ ਕੌਣ ਬੈਠੇ? ਕੁਛ ਇਹ ਕਾਮਰੇਡੀ ਲੁੰਬੜ ਮੈਂ ਇਹਨਾਂ ਨੂੰ ਕਹੂੰਗਾ, ਸਾਰੇ ਨਹੀਂ, ਸਾਰੇ ਸਤਿਕਾਰਯੋਗ ਨੇ ਸਾਡੇ। ਸੰਯੁਕਤ ਕਿਸਾਨ ਮੋਰਚੇ 'ਚ ਬੜੇ ਲੀਡਰ ਇਦਾਂ ਦੇ ਨੇ ਜਿਹੜੇ ਬੜੀ ਸੂਝਵਾਨ ਨਾਲ ਤੇ ਬੜੀ ਆਪਣੀ ਕਹਿ ਸਕਦੇ ਹੋ ਦਲੇਰੀ ਨਾਲ ਵਧੀਆ ਫੈਸਲੇ ਲੈਂਦੇ ਨੇ। ਪਰ ਕੁਝ ਕਾਲੀਆਂ ਭੇਡਾਂ ਇਹਨਾਂ 'ਚ ਵੀ ਬੜੀਆਂ ਨੇ, ਉਹ ਆਪਾਂ ਨੂੰ ਅੱਜ ਪਛਾਣਨ ਦੀ ਲੋੜ ਆ। ਇਹਨਾਂ ਕਾਲੀਆਂ ਭੇਡਾਂ ਵੱਲੋਂ ਸਾਨੂੰ ਗਦਾਰ ਨਾਲ ਜਾਂਦਾ ਸਟੇਜ ਦੇ ਉੱਤੋਂ। ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੋਂ ਇਹ ਐਲਾਨਿਆ ਸੀ ਵੀ ਦਿੱਲੀ ਦੀ ਹਿੱਕ ਦੇ ਉੱਤੇ ਜਾ ਕੇ ਨੱਚਾਂਗੇ, ਦਿੱਲੀ ਦੀ ਹਿੱਕ ਦੇ ਉੱਤੇ ਟਰੈਕਟਰ ਚੜਾਵਾਂਗੇ, ਜਾ ਕੇ ਲਾਲ ਕਿਲੇ ਦੇ ਉੱਤੇ ਅਸੀਂ ਕੇਸਰੀ ਝੰਡਾ ਕੱਢਾਂਗੇ। ਇਹ ਉਹੀ ਕੇਸਰੀ ਝੰਡਾ ਵਾ ਜਿਹਨੇ ਭਾਰਤ ਦੀਆਂ ਹੱਦਾਂ ਤੈਅ ਕੀਤੀਆਂ ਨੇ, ਕਾਬਲ ਤੇ ਕੰਧਾਰ ਤੱਕ। ਕਿੱਥੇ ਤੱਕ? ਕਾਬਲ ਤੇ ਕੰਧਾਰ ਤੱਕ। ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਤਿੱਬਤ ਤੱਕ ਸਾਡਾ ਰਾਜ ਹੁੰਦਾ ਸੀ। ਤੇ ਅੱਜ ਉਹੀ ਜਿਹੜਾ ਨਿਸ਼ਾਨ ਸਾਹਿਬ ਇਹਨਾਂ ਨੂੰ ਮਾੜਾ ਲੱਗਦਾ, ਕਿਹੜੀ ਗੱਲੋਂ? ਇਹਨਾਂ ਗੱਲਾਂ ਦੇ ਇਹਨਾਂ ਨੂੰ ਜਵਾਬ ਦੇਣੇ ਪੈਣਗੇ। ਜੇ ਤੁਸੀਂ ਪਾਰਲੀਮੈਂਟ ਘੇਰਨੀ ਹੋਈ ਹੈ ਨਾ, ਤੁਸੀਂ ਆਹ 2-4 ਹਫ਼ਤੇ 10 ਦਿਨਾਂ 'ਚ ਫੈਸਲਾ ਲਓ, ਕਿਉਂਕਿ ਜਿਹੜੀ ਮਈ ਦੀ ਇਲੈਕਸ਼ਨ ਹੈ ਨਾ ਬੰਗਾਲ ਦੀ, ਉਹ ਮਈ ਦੇ ਵਿੱਚ ਖਤਮ ਹੋ ਜਾਣੀ ਆ। ਫਿਰ ਇਹ ਤਾਂ ਕਿਤੇ ਨਾ ਕਿਤੇ ਫਿਕਸ ਮੈਚ ਆ ਜਿਹੜਾ ਤੁਹਾਡਾ ਬੀਜੇਪੀ ਨਾਲ ਦਿਖਦਾ ਸਾਨੂੰ। ਜਿੱਥੇ ਬਿੱਲ ਪਾਸ ਹੋਇਆ ਅਸੀਂ ਤਾਂ ਉਹਦੀ ਘਰਾਓ ਕਰ ਰਹੇ ਹਾਂ ਨਾ, ਅਸੀਂ ਕੋਈ ਹੋਰ ਕਿਸੇ ਬਿਲਡਿੰਗ ਦਾ ਤਾਂ ਕਰ ਹੀ ਰਹੇ। ਮੈਂ ਤਾਂ ਸਿਰਫ ਇੱਕ ਬੇਨਤੀ ਲਾਉਂਗਾ ਕਿਸਾਨਾਂ ਨੂੰ ਕਿ ਲੋਕ ਸਭਾ ਤੋਂ ਬਾਅਦ ਮੋਦੀ ਜੀ ਦਾ ਘਰ ਜਾ ਕੇ ਘੇਰੋ ਜਾ ਕੇ, ਕਿਉਂਕਿ ਪ੍ਰਧਾਨ ਮੰਤਰੀ ਹੈ ਨਾ। ਜਿਹੜੇ ਕਿਸਾਨ ਉੱਥੇ ਬੈਠੇ ਨੇ ਸਿੱਖ ਧਰਮ ਆਤੰਕਵਾਦੀ ਆ। ਜਦੋਂ ਕੋਵਿਡ-19 ਦੇ ਵਿੱਚ ਉੱਥੇ ਆਪਣਾ ਗੁਰਦੁਆਰਾ ਸਾਹਿਬ ਲੰਗਰ ਚਲਾਇਆ, ਉੱਥੇ ਤੁਸੀਂ ਦੇਖਿਆ ਸੀਗਾ, ਉਦੋਂ ਪੁਲਿਸ ਵਾਲਿਆਂ ਨੇ ਵੀ ਆ ਕੇ ਆਪਣੇ ਮਾਰਚ ਕੱਢਿਆ ਸੀ, ਧੰਨਵਾਦ ਕੀਤਾ ਸੀਗਾ। ਉਦੋਂ ਇਹਨਾਂ ਨੂੰ ਆਤੰਕਵਾਦੀ ਨਹੀਂ ਨਜ਼ਰ ਆਏ। ਸਾਡਾ ਭਰਾ ਆ ਲੱਖਾ ਸਿਧਾਣਾ, ਉਹਦੇ ਘਰਦਿਆਂ ਨੇ ਬੜੀ ਕੰਜੂਸੀ ਕੀਤੀ ਨਾਮ ਰੱਖਣ ਲੱਗੇ। ਇਹ ਸਾਡਾ ਭਰਾ ਹੀ ਆ, ਨਾਮ ਹੋਣਾ ਲੱਖਾ ਸਿਧਾਣਾ ਨਹੀਂ ਹੋਣਾ ਚਾਹੀਦਾ, ਨਾਮ ਹੋਣਾ ਚਾਹੀਦਾ ਕਰੋੜਾ ਸਿਧਾਣਾ, ਅਰਬਾਂ ਸਿਧਾਣਾ, ਖਰਬਾਂ ਸਿਧਾਣਾ। ਇਦਾਂ ਦੇ ਵੀਰਾਂ ਨੂੰ ਜੇ ਆਪਾਂ ਸਾਂਭਿਆ ਜਥੇਬੰਦੀਆਂ ਤੇ ਹੋਰ ਆਪਾਂ ਕੀ ਸਾਂਭਣਾ। ਬੀਤੀ ਦਿਨੀ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਮਈ ਦੇ ਵਿੱਚ ਪਾਰਲੀਮੈਂਟ ਘਿਰਾਓ ਦਾ ਸੱਦਾ ਦਿੱਤਾ ਗਿਆ। ਕਾਫੀ ਦੇਰ ਤੋਂ ਨੌਜਵਾਨ ਜਾਂ ਹੋਰ ਲੋਕ ਇੰਤਜ਼ਾਰ ਕਰ ਰਹੇ ਸੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਕਦੋਂ ਇੱਦਾਂ ਦਾ ਕੋਈ ਪ੍ਰੋਗਰਾਮ ਆਏਗਾ। 26 ਜਨਵਰੀ ਦੀ ਘਟਨਾ ਤੋਂ ਬਾਅਦ ਕੋਈ ਅਜਿਹਾ ਕਿਸਾਨਾਂ ਨੇ ਪ੍ਰੋਗਰਾਮ ਨਹੀਂ ਦਿੱਤਾ। ਹਾਲਾਂਕਿ ਕਈ ਬੰਦ ਦੇ, ਚੱਕਾ ਜਾਮ ਦੇ ਪ੍ਰੋਗਰਾਮ ਜ਼ਰੂਰ ਦਿੱਤੇ ਸੀਗੇ, ਪਰ 26 ਜਨਵਰੀ ਦੇ ਵੀ ਪ੍ਰੋਗਰਾਮ ਤੋਂ ਪਹਿਲਾਂ ਪਾਰਲੀਮੈਂਟ ਘਿਰਾਓ ਦਾ ਪ੍ਰੋਗਰਾਮ ਵੀ ਜਨਵਰੀ ਦੇ ਵਿੱਚ ਹੀ ਦੇ ਦਿੱਤਾ ਗਿਆ ਸੀਗਾ, ਪਰ ਉਹ 26 ਜਨਵਰੀ ਦੀ ਘਟਨਾ ਤੋਂ ਬਾਅਦ ਉਹ ਕੈਂਸਲ ਕਰ ਦਿੱਤਾ ਸੀਗਾ। ਪਰ ਹੁਣ ਇੱਕ ਵਾਰ ਫਿਰ ਸੰਯੁਕਤ ਕਿਸਾਨ ਮੋਰਚੇ ਨੇ ਉਹ ਪ੍ਰੋਗਰਾਮ ਦਿੱਤਾ। ਹਾਲਾਂਕਿ ਪੱਕੀ ਤਰੀਕ ਨਹੀਂ ਦਿੱਤੀ ਕਿ ਕਿਸ ਦਿਨ ਘਿਰਾਓ ਹੋਏਗਾ, ਪਰ ਮਈ ਦਾ ਮਹੀਨਾ ਜ਼ਰੂਰ ਦੱਸ ਦਿੱਤਾ ਕਿ ਮਈ ਦੇ ਵਿੱਚ ਪਾਰਲੀਮੈਂਟ ਘਿਰਾਓ ਕੀਤਾ ਜਾਏਗਾ। ਨੌਜਵਾਨਾਂ ਦੇ ਵਿੱਚ ਹੁਣ ਕਿੰਨਾ ਕੁ ਜੋਸ਼ ਆ ਉਸ ਪਾਰਲੀਮੈਂਟ ਘਿਰਾਓ ਦੇ ਲਈ, ਕਿਉਂਕਿ ਪਹਿਲਾਂ 26 ਜਨਵਰੀ ਦੇ ਪ੍ਰੋਗਰਾਮ ਵੇਲੇ ਬਹੁਤ ਜੋਸ਼ ਦਿਖਿਆ ਨੌਜਵਾਨਾਂ ਦੇ ਵਿੱਚ। ਟਰੈਕਟਰ ਟਰਾਲੀਆਂ ਭਰ ਕੇ ਨੌਜਵਾਨ ਉੱਥੇ ਗਏ, ਪਰ ਘਟਨਾ ਤੋਂ ਬਾਅਦ ਬਹੁਤ ਜ਼ਿਆਦਾ ਸਮੀਕਰਨ ਬਦਲੇ। ਹੁਣ ਇਸ ਪਾਰਲੀਮੈਂਟ ਦੇ ਘਿਰਾਓ ਨੂੰ ਨੌਜਵਾਨ ਕਿਸ ਤਰ੍ਹਾਂ ਦੇਖਦੇ ਆ, ਉਹ ਗੱਲਬਾਤ ਕਰਦੇ ਹਾਂ। ਬਾਈ ਜੀ, 26 ਤਰੀਕ ਦਾ ਜਿਹੜਾ ਪ੍ਰੋਗਰਾਮ ਸੀਗਾ, ਬਹੁਤ ਦੇਖਿਆ ਕਿ ਨੌਜਵਾਨ ਉੱਥੇ ਬੜਾ ਹੌਸਲੇ ਦੇ ਨਾਲ ਗਏ, ਉੱਥੇ ਘਟਨਾ ਵਾਪਰੀ, ਉਸ ਤੋਂ ਬਾਅਦ ਵਾਪਸ ਆ ਗਏ, ਉਸ ਤੋਂ ਬਾਅਦ ਬਹੁਤ ਸਮੀਕਰਨ ਬਦਲੇ। ਹੁਣ ਫੇਰ ਸੱਦਾ ਦਿੱਤਾ ਪਾਰਲੀਮੈਂਟ ਘਿਰਾਓ ਦਾ, ਇਸ ਨੂੰ ਕਿਸ ਤਰ੍ਹਾਂ ਦੇਖਦੇ? ਦੇਖੋ, ਪਿਛਲੇ 7-8 ਮਹੀਨੇ ਤੋਂ ਜਦੋਂ ਦੇ ਕਾਲੇ ਕਾਨੂੰਨ ਬਣੇ ਨੇ, ਲੋਕਾਂ ਵਿੱਚ, ਨੌਜਵਾਨਾਂ ਵਿੱਚ ਤਾਂ ਉਦੋਂ ਦਾ ਹੀ ਬੜਾ ਕਰੋਸ਼ ਆ ਮੋਦੀ ਦੀ ਸਰਕਾਰ ਦੇ ਖਿਲਾਫ। ਪਰ ਪਿਛਲੇ ਸਮੇਂ ਜਦੋਂ ਤੁਸੀਂ ਦੇਖਦੇ ਹੋ 26 ਨਵੰਬਰ ਨੂੰ ਜਦੋਂ ਕੂਚ ਕੀਤਾ ਪੰਜਾਬ ਵਾਸੀਆਂ ਨੇ, ਜਥੇਬੰਦੀਆਂ ਨੇ, ਪੰਜਾਬ ਦੀ ਜਵਾਨੀ ਨੇ ਦਿੱਲੀ ਵੱਲ ਨੂੰ,
ਤਾਂ ਉਦੋਂ ਵੀ ਇਹ ਜਥੇਬੰਦੀਆਂ ਜਿਹੜੀਆਂ ਉਹ ਕਹਿੰਦੀਆਂ ਸੀ ਜਿੱਥੇ ਸਾਨੂੰ ਪੁਲਿਸ ਕਹੂਗੀ ਉੱਥੇ ਅਸੀਂ ਬਹਿ ਜਾਵਾਂਗੇ, ਪਰ ਉਹ ਬੈਰੀਕੇਡ ਕਿਹਨੇ ਪੱਟੇ? ਉਹ ਬੈਰੀਕੇਡ ਇਸ ਜਵਾਨੀ ਨੇ ਹੀ ਪੱਟੇ। ਤੇ ਸੰਯੁਕਤ ਕਿਸਾਨ ਮੋਰਚੇ ਦੇ ਉੱਤੇ ਸਟੇਜ ਦੇ ਉੱਤੇ ਕਬਜ਼ਾ ਕਰਕੇ ਕੌਣ ਬੈਠੇ? ਕੁਛ ਇਹ ਕਾਮਰੇਡੀ ਲੂੰਬੜ ਮੈਂ ਇਹਨਾਂ ਨੂੰ ਕਹੂੰਗਾ, ਸਾਰੇ ਨਹੀਂ, ਸਾਰੇ ਸਤਿਕਾਰਯੋਗ ਨੇ ਸਾਡੇ ਸੰਯੁਕਤ ਕਿਸਾਨ ਮੋਰਚੇ 'ਚ ਬੜੇ ਲੀਡਰ ਇਦਾਂ ਦੇ ਨੇ ਜਿਹੜੇ ਬੜੀ ਸੂਝਵਾਨ ਨਾਲ ਤੇ ਬੜੀ ਆਪਣੇ ਕਹਿ ਸਕਦੇ ਹੋ ਦਲੇਰੀ ਨਾਲ ਵਧੀਆ ਫੈਸਲੇ ਲੈਂਦੇ ਨੇ, ਪਰ ਕੁਝ ਕਾਲੀਆਂ ਭੇਡਾਂ ਇਹਨਾਂ 'ਚ ਵੀ ਬੜੀਆਂ ਨੇ, ਉਹ ਆਪਾਂ ਨੂੰ ਅੱਜ ਪਛਾਣਨ ਦੀ ਲੋੜ ਆ। ਇਹਨਾਂ ਕਾਲੀਆਂ ਭੇਡਾਂ ਵੱਲੋਂ ਸਾਨੂੰ ਗਦਾਰਾ ਨਲਨਿਆ ਜਾਂਦਾ ਸਟੇਜ ਦੇ ਉੱਤੋਂ। ਪਰ ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਲੱਖੇ ਸਿਧਾਣੇ ਵਰਗੇ ਵੀਰ, ਦੀਪ ਸਿੱਧੂ ਵਰਗੇ ਵੀਰ, ਸਾਡੇ ਵਰਗੇ ਨੌਜਵਾਨੀ ਜਿਹੜੀ ਪੰਜਾਬ ਦੇ ਤੁਸੀਂ ਕਹਿ ਸਕਦੇ ਹੋ ਵੱਖ-ਵੱਖ ਏਰੀਆ ਜੋ ਭਾਰਤ ਦੇ ਵੱਖ-ਵੱਖ ਰਾਜਾਂ ਦੇ ਵਿੱਚੋਂ ਜਾ ਕੇ ਦਿੱਲੀ ਅੱਜ ਬੈਠੇ ਜਾ ਕੇ, ਪਰ ਇਹਨਾਂ ਨੇ ਸਾਨੂੰ ਦਿੱਤਾ ਕੀ? ਸਾਨੂੰ ਕਾਲੀਆਂ ਜੇਲ੍ਹਾਂ, ਸਾਨੂੰ ਦਰ-ਦਰ ਦੀਆਂ ਠੋਕਰਾਂ ਮਿਲੀਆਂ ਨੇ। ਕਾਹਦੇ ਲਈ? ਕਿਉਂਕਿ ਇਹਨਾਂ ਨੇ ਸਟੈਂਡ ਨਹੀਂ ਲਿਆ। ਇਹਨਾਂ ਨੇ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਦੇ ਉੱਤੋਂ ਇਹ ਐਲਾਨਿਆ ਸੀ ਵੀ ਦਿੱਲੀ ਦੀ ਹਿੱਕ ਦੇ ਉੱਤੇ ਜਾ ਕੇ ਨੱਚਾਂਗੇ, ਦਿੱਲੀ ਦੀ ਹਿੱਕ ਦੇ ਉੱਤੇ ਟਰੈਕਟਰ ਚੜਾਵਾਂਗੇ, ਜਾ ਕੇ ਲਾਲ ਕਿਲੇ ਦੇ ਉੱਤੇ ਅਸੀਂ ਕੇਸਰੀ ਝੰਡਾ ਕੱਢਾਂਗੇ। ਇਹ ਉਹੀ ਕੇਸਰੀ ਝੰਡਾ ਵਾ ਜਿਹਨੇ ਭਾਰਤ ਦੀਆਂ ਹੱਦਾਂ ਤੈਅ ਕੀਤੀਆਂ ਨੇ, ਕਾਬਲ ਤੇ ਕੰਧਾਰ ਤੱਕ। ਕਿੱਥੇ ਤੱਕ? ਕਾਬਲ ਤੇ ਕੰਧਾਰ ਤੱਕ। ਉਸ ਤੋਂ ਬਾਅਦ ਤੁਸੀਂ ਕਹਿ ਸਕਦੇ ਹੋ ਤਿੱਬਤ ਤੱਕ ਸਾਡਾ ਰਾਜ ਹੁੰਦਾ ਸੀ। ਤੇ ਅੱਜ ਉਹੀ ਜਿਹੜਾ ਨਿਸ਼ਾਨ ਸਾਹਿਬ ਇਹਨਾਂ ਨੂੰ ਮਾੜਾ ਲੱਗਦਾ, ਕਿਹੜੀ ਗੱਲੋਂ? ਇਹਨਾਂ ਗੱਲਾਂ ਦੇ ਇਹਨਾਂ ਨੂੰ ਜਵਾਬ ਦੇਣੇ ਪੈਣਗੇ। ਤੇ ਇਹੀ ਪਾਰਲੀਮੈਂਟ ਘੇਰਨ ਦਾ ਜਿਹੜਾ ਐਲਾਨ ਆ ਇਹ ਜਨਵਰੀ ਵਿੱਚ ਕੀਤਾ ਜਾਂਦਾ ਸੀ, ਫਿਰ ਉਦੋਂ ਕਿਉਂ ਗਿੱਟੇ ਲਵੇੜੇ? ਪਹਿਲਾਂ ਤਾਂ ਆਪਣਾ ਵਿਜ਼ਨ ਕਲੀਅਰ ਕਰੋ। ਜੇ ਤੁਸੀਂ ਪਾਰਲੀਮੈਂਟ ਘੇਰਨੀ ਹੋਈ ਹੈ ਨਾ, ਤੁਸੀਂ ਆ 2-4 ਹਫ਼ਤੇ 10 ਦਿਨਾਂ 'ਚ ਫੈਸਲਾ ਲਓ, ਕਿਉਂਕਿ ਜਿਹੜੀ ਮਈ ਦੀ ਇਲੈਕਸ਼ਨ ਹੈ ਨਾ ਬੰਗਾਲ ਦੀ, ਉਹ ਮਈ ਦੇ ਵਿੱਚ ਖਤਮ ਹੋ ਜਾਣੀ ਆ। ਫਿਰ ਇਹ ਤਾਂ ਕਿਤੇ ਨਾ ਕਿਤੇ ਫਿਕਸ ਮੈਚ ਆ ਜਿਹੜਾ ਤੁਹਾਡਾ ਬੀਜੇਪੀ ਨਾਲ ਦਿਖਦਾ ਸਾਨੂੰ। ਤੁਸੀਂ ਕਿਸ ਤਰ੍ਹਾਂ ਬਾਈ ਜੀ ਦੇਖਦੇ ਹੋ, ਕਿਉਂਕਿ ਨੌਜਵਾਨਾਂ ਦੇ ਵਿੱਚ ਐਤਕੀ ਕਿਉਂਕਿ ਕੁਝ ਜੋਸ਼ ਘਟ ਦਿਖ ਰਿਹਾ, ਕਿਉਂਕਿ 26 ਤਰੀਕ ਦੀ ਜੋ ਘਟਨਾ ਵਾਪਰੀ ਡਰ ਰਹੇ ਨੇ ਕਈ ਲੋਕ। ਭਾਜੀ 26 ਤਰੀਕ ਦੀ ਜਿਹੜੀ ਘਟਨਾ ਵਾਪਰੀ ਨਹੀਂ, ਉਹ ਇਹਨਾਂ ਨੇ ਏਜੰਸੀਆਂ ਨੇ ਆਪ ਖੁਦ ਸਾਰਾ ਕੀਤਾ ਸੀਗਾ। ਤੁਸੀਂ ਇਹਨਾਂ ਨੇ ਕਿਹਾ ਦੇਖੋ 4 ਮਹੀਨੇ ਹੋ ਗਏ ਘੱਟੋ ਘੱਟ ਸ਼ਾਂਤੀਪੂਰਵਕ ਸਾਰਾ ਸਭ ਕੁਝ ਵਧੀਆ ਚੱਲ ਰਿਹਾ ਸੀਗਾ। 26 ਤਰੀਕ ਉਹਨਾਂ ਨੇ ਟਰੈਕਟਰ ਰੈਲੀ ਕੀਤੀ। ਇੱਕ ਸਾਈਡ ਤੇ ਤੁਸੀਂ ਦੇਖਦੇ ਹੋਵੋਗੇ ਜਿਹੜਾ ਸ਼ਾਂਤੀਪੂਰਵਕ ਟਰੈਕਟਰ ਮਾਰਚ ਚੱਲਦਾ ਪਿਆ ਸੀ, ਉਹ ਕਿਤੇ ਨਹੀਂ ਇਹਨਾਂ ਨੇ ਤੁਹਾਨੂੰ ਦਿਖਾਇਆ। ਤੁਸੀਂ ਦੇਖੋਗੇ ਲੋਕਾਂ ਦੇ ਵਿੱਚ ਇੱਕ ਡਰ ਪੈਦਾ ਕਰਤਾ ਏਜੰਸੀਆਂ ਨੇ ਕਿ ਉੱਥੇ ਆਇਆ ਹੋ ਗਿਆ ਜੀ, ਉਹ ਹੋ ਗਿਆ, ਉੱਥੇ ਕੁਝ ਨਹੀਂ ਸੀਗਾ। ਅਸੀਂ ਤਾਂ ਜਿਹੜਾ ਪਾਰਲੀਮੈਂਟ ਦਾ ਘਰਾਓ ਜਿਹੜਾ ਲੋਕ ਸਭਾ ਦੇ ਵਿੱਚ ਬਿੱਲ ਪਾਸ ਹੋਇਆ, ਜਿੱਥੇ ਬਿੱਲ ਪਾਸ ਹੋਇਆ ਅਸੀਂ ਤਾਂ ਉਹਦਾ ਹੀ ਘਰਾਓ ਕਰ ਰਹੇ ਹਾਂ ਨਾ। ਅਸੀਂ ਕੋਈ ਹੋਰ ਕਿਸੇ ਬਿਲਡਿੰਗ ਦਾ ਤਾਂ ਕਰ ਨਹੀਂ ਰਹੇ। ਮੈਂ ਤਾਂ ਸਿਰਫ ਇੱਕ ਬੇਨਤੀ ਲਾਉਂਗਾ ਕਿਸਾਨਾਂ ਨੂੰ ਕਿ ਲੋਕ ਸਭਾ ਤੋਂ ਬਾਅਦ ਮੋਦੀ ਜੀ ਦਾ ਘਰ ਜਾ ਕੇ ਘੇਰੋ ਜਾ ਕੇ, ਕਿਉਂਕਿ ਪ੍ਰਧਾਨ ਮੰਤਰੀ ਹੈ ਨਾ, ਉੱਥੇ ਅਗਲਾ ਬੰਗਾਲ ਜਾ ਰਿਹਾ, ਹੋਰ ਜਾ ਰਿਹਾ, ਕਿਤੇ ਘੁੰਮ ਰਿਹਾ ਵਾ। ਜਿਹੜੇ ਨਾਲ ਘਰ ਦੇ ਬੈਠੇ ਉੱਥੇ ਦਿੱਲੀ ਦੇ ਵਿੱਚ ਇਹਨੂੰ ਕਿਸਾਨ ਨਹੀਂ ਨਜ਼ਰ ਆ ਰਹੇ। 2 ਮਿੰਟ ਉਹਨਾਂ ਨਾਲ ਆ ਕੇ ਗੱਲ ਨਹੀਂ ਕਰ ਸਕਦਾ। ਕਹਿੰਦੇ ਆ ਜੀ ਫੋਨ, ਇੱਕ ਫੋਨ ਦੂਰ ਆ। ਫੋਨ ਕੀ ਗਾ ਬੰਗਲਾਦੇਸ਼ ਰਹਿੰਦਾ ਜਾਂ 1947 ਦੀ ਗੱਲ ਕਰ ਰਿਹਾ ਕਿ ਫੋਨ ਨਹੀਂ ਹੁੰਦੇ? ਸੋ ਇਹ ਬੜਾ ਜੋਸ਼ ਹੈ ਆ ਜਾਣਾ ਵਾ। ਜੋ ਪਹਿਲਾਂ ਸੀਗਾ ਲੋਕਾਂ ਦੇ ਵਿੱਚ ਡਰ, ਹੁਣ ਫਿਰ ਦੁਬਾਰਾ ਪੈਦਾ ਮਤਲਬ ਕਿ ਖਤਮ ਹੋ ਚੁੱਕਾ। ਇਹ ਪਾਰਲੀਮੈਂਟ ਦਾ ਜਿਹੜਾ ਘਰਾਓ ਬੜਾ ਸਕਸੈਸ ਹੋਊਗਾ। ਤੁਸੀਂ ਵੀ ਇੱਥੇ ਦੇਖੋ, ਇਹ ਬਿਲਕੁਲ ਸਹੀ ਹੈ। ਮੈਂ ਤਾਂ ਕਹਿੰਦਾ ਮੋਦੀ ਦੇ ਘਰ ਦਾ ਘਰਾ ਕਰੋ ਕਿ ਜਿਹੜਾ ਬਿੱਲ ਕੀਤਾ ਲੋਕ ਸਭਾ ਦੇ ਵਿੱਚ। ਚਲੋ ਜਿਹੜਾ ਬਿੱਲ ਪਾਸ ਹੋਇਆ ਉਹ ਤਾਂ ਕਰਨਾ ਹੀ ਚਾਹੀਦਾ ਵਾ, ਕਿਉਂਕਿ ਇਹਨਾਂ ਦੀ ਕਿਹੜਾ ਆਪ ਦੀ ਜ਼ਮੀਨ ਹੈ, ਤਾਂ ਲੋਕਾਂ ਦੇ ਪੈਸੇ ਟੈਕਸਾਂ ਦੇ ਨਾਲ ਹੀ ਬਣਿਆ ਨਾ। ਇਹਨਾਂ ਨੇ ਆਪਣੀ ਵਜ਼ੀਰੀ ਬਣਾਈ ਹੋਈ ਕੀ ਹੈ ਜੀ, ਇਹ ਤਾਂ ਸਾਡੀ ਬਿਲਡਿੰਗ ਹੈ ਜੀ, ਇੱਥੇ ਕੁਝ ਕਰ ਨਹੀਂ ਸਕਦਾ। ਨਾਲੇ ਜਦੋਂ ਕਿਹਾ ਸੀਗਾ ਕਿ ਇੱਕ ਫੋਨ ਕਾਲ ਦੀ ਦੂਰੀ ਤੇ ਨਾ ਉਹਨਾਂ ਨੇ ਆਪਣਾ ਨੰਬਰ ਦਿੱਤਾ, ਤੇ ਉਸ ਦਿਨ 24 ਤੋਂ 48 ਘੰਟੇ ਇੰਟਰਨੈਟ ਸੇਵਾਵਾਂ, ਫੋਨ ਸੇਵਾਵਾਂ ਹੀ ਬੰਦ ਸੀ। ਉਹ ਤਾਂ ਜੀ ਦੇਖੋ ਸਭ ਕੁਝ ਉਹਨਾਂ ਨੇ ਆਪਣੇ ਹੱਥ ਹੁੰਦਾ ਵਾ। ਹੁਣ ਮੋਦੀ ਜੀ ਉਹੀ ਕਰਨਾ ਨਾ। ਮੈਂ ਤੁਹਾਨੂੰ ਕੀ ਫੋਨ ਗਾ 1947 ਥੋੜੀ ਹੈ ਕਿ ਤੁਹਾਡੇ ਕੋਲ ਫੋਨ ਨਹੀਂ ਚੱਕਿਆ ਜਾਣਾ ਜਾਂ ਤੁਸੀਂ ਆ ਨਹੀਂ ਸਕਦੇ। ਆਪਾਂ ਗੱਡੀਆਂ 'ਚ ਬਹਿ ਕੇ 에ਅਰਪੋਰਟ ਤੋਂ ਜਾ ਕੇ ਆਪਾਂ ਉੱਥੇ ਜਾ ਰਹੇ ਹਾਂ, ਉੱਥੋਂ ਜਿੱਥੇ ਦਿੱਲੀ ਬਾਰਡਰ ਨੇ, ਬਾਰਡਰ ਤੋਂ ਜ਼ਿਆਦਾ ਮੋਦੀ ਸਾਹਿਬ ਦਾ ਘਰ ਗਾ। ਇਹ ਤਾਂ ਹੈ ਨਹੀਂਗਾ ਕਿ 500 ਕਿਲੋਮੀਟਰ ਹੈ ਜੀ ਜਾਂ 200 ਕਿਲੋਮੀਟਰ ਹੈ ਜੀ। ਕੀ ਹੋਣਾ, 5 ਤੋਂ 5-10 ਕਿਲੋਮੀਟਰ ਹੋਣਾ, ਆ ਹੀ ਸਕਦੇ ਨੇ ਨਾ। ਉੱਥੇ ਕੀ ਇਹਨਾਂ ਨੂੰ ਡਰ ਕਾਹਦਾ ਲੱਗਦਾ ਪਿਆ? ਕਹਿੰਦੇ ਆ ਜੀ ਜਿਹੜੇ ਕਿਸਾਨ ਉੱਥੇ ਬੈਠੇ ਨੇ ਸਿੱਖ ਧਰਮ ਆਤੰਕਵਾਦੀ ਆ। ਜਦੋਂ ਕੋਵਿਡ-19 ਦੇ ਵਿੱਚ ਉੱਥੇ ਆਪਣਾ ਗੁਰਦੁਆਰਾ ਸਾਹਿਬ ਲੰਗਰ ਚਲਾਇਆ, ਉੱਥੇ ਤੁਸੀਂ ਦੇਖਿਆ ਸੀਗਾ, ਉਦੋਂ ਪੁਲਿਸ ਵਾਲਿਆਂ ਨੇ ਵੀ ਆ ਕੇ ਆਪਣੇ ਮਾਰਚ ਕੱਢਿਆ ਸੀ, ਧੰਨਵਾਦ ਕੀਤਾ ਸੀਗਾ। ਉਦੋਂ ਇਹਨਾਂ ਨੂੰ ਆਤੰਕਵਾਦੀ ਨਹੀਂ ਨਜ਼ਰ ਆਏ? ਕਿਉਂ ਆਤੰਕਵਾਦੀ ਸੀ? ਉਹਨਾਂ ਦਾ ਲੰਗਰ ਕਿਉਂ ਖਾਂਦੇ? ਮੋਦੀ ਸਾਹਿਬ ਉੱਥੇ ਗੁਰਦੁਆਰਾ ਸਾਹਿਬ ਜਾ ਰਹੇ, ਨਾ ਜਾਂਦੇ ਜੇ ਇਹਨਾਂ ਨੂੰ ਇੰਨਾ ਹੀ ਡਰ ਹੁੰਦਾ ਸੀ ਤਾਂ। ਸੋ ਇਹ ਮੋਦੀ ਸਾਹਿਬ ਦਾ ਦਿਮਾਗ ਜਿਹੜਾ ਹੈਗਾ ਨਾ, ਇਹ ਇਹਨਾਂ ਨੂੰ ਖੁੱਲੂਗਾ ਦੁਬਾਰਾ। ਇਹ ਖੋਲਣਾ ਪੈਣਾ ਹੈ। ਕਿਸਾਨ ਦੇਖਿਓ ਦੁਬਾਰਾ ਜਿਸ ਦਿਨ ਹੋਣਾ ਵਾ ਨਾ ਪਾਰਲੀਮੈਂਟ ਦਾ ਕਰਾਓ, ਇਹਨੂੰ ਦੇਖਿਓ ਹਿੱਲੇਗਾ ਇਹ ਕਿ ਹੁਣ ਦੁਬਾਰਾ ਕੀ ਹੋ ਗਿਆ। ਸੋ ਇਹ 26 ਜਨਵਰੀ ਵੀ ਕੋਈ ਡਰਨ ਵਾਲੀ ਗੱਲ ਨਹੀਂ, ਕੋਈ ਗਲਤ ਨਹੀਂ ਹੋਇਆ ਸੀਗਾ। ਸ਼ਾਂਤੀਪੂਰਵਕ ਜਿਹੜਾ 4 ਮਹੀਨੇ ਤੋਂ ਚੱਲਦਾ ਪਿਆ, ਇਹ ਦੁਬਾਰਾ ਦੇਖਿਓ ਹੁਣ ਹੋਰ ਚੱਲੇਗਾ ਵਧੀਆ। ਤੁਸੀਂ ਬਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਪਾਰਲੀਮੈਂਟ ਦਾ ਘਰਾਓ ਜੋ ਕਿਸਾਨਾਂ ਵੱਲੋਂ ਹੁਣ ਸੱਦਾ ਦਿੱਤਾ ਗਿਆ, ਕਿ ਇਸ ਮੌਕੇ ਤੇ ਉਹ ਸਹੀ ਹੈ? ਸਹੀ ਹੈ ਜੀ, ਬਿਲਕੁਲ ਸਹੀ ਹੈ। ਦੇਖੋ ਜੀ, ਜਿੰਨੀ 4 ਮਹੀਨੇ 5 ਮਹੀਨੇ ਹੋ ਗਏ ਬੈਠੇ ਪਏ ਨੇ, ਤੇ ਉੱਥੇ ਹੋਰ ਦੇਰ ਸਹੀ ਮੋਦੀ ਨੂੰ ਪਤਾ ਲੱਗਣਾ ਚਾਹੀਦਾ ਨਾ ਕਿ ਪੰਜਾਬ ਕਿੱਦਾਂ ਦਾ, ਪੰਜਾਬ ਦੇ ਲੋਕ ਕਿੱਦਾਂ ਦੇ ਨੇ। ਕਿ ਇਤਿਹਾਸ ਗਵਾਹ ਜਿਹੜਾ ਪੰਜਾਬ ਨਾਲ ਟਕਰਾਇਆ ਉਹਦਾ ਹਾਲ ਬੁਰਾ ਹੀ ਹੋਇਆ ਵਾ। ਮੋਦੀ ਨੂੰ ਵੀ ਦਿਖ ਗਈ ਹੈ, ਬੰਗਲਾਦੇਸ਼ ਇਲੈਕਸ਼ਨ 'ਚ ਨਜ਼ਰ ਆ ਜਾਣਾ ਵਾ ਕਿ ਇਹਨੂੰ ਬਿਲਕੁਲ ਬੁਰੀ ਤਰ੍ਹਾਂ ਹਾਰ ਮਿਲਣੀ ਹੈ। ਪੰਜਾਬ 'ਚ ਆਪਣੇ ਲੁਧਿਆਣੇ 'ਚ ਕੋਈ ਵੀ ਕੈਂਡੀਡੇਟ ਨਹੀਂ ਖੜਾ ਹੋਣ ਨੂੰ ਤਿਆਰ। ਬੀਜੇਪੀ ਦਾ ਕੌਂਸਲਰ ਲਾ ਲਓ, MLA ਟਿਕਟ ਲਾ ਲਓ, ਕੋਈ ਵੀ ਨਹੀਂ ਤਿਆਰ ਹੈਗਾ ਕੈਂਡੀਡੇਟ ਖੜੇ ਹੋਣ ਨੂੰ। ਜੇ ਆਪਾਂ ਕਈ ਕੈਂਡੀਡੇਟ, ਕੋਈ ਵੀ ਕੈਂਡੀਡੇਟ ਨਾਲ ਮਿਲਣਾ ਨਹੀਂਗਾ। ਕਿ ਪੰਜਾਬ ਦੇ ਦੇਖੋ ਲੋਕੀ ਇੰਨੇ ਕੁ ਚੰਗੇ ਨੇ, ਆਪਣੇ ਦਿਲ ਖੋਲ ਕੇ, ਘਰ ਖੋਲ ਕੇ ਲੰਗਰ ਲਗਾਉਂਦੇ, ਸਭ ਕੁਝ ਲਾਉਂਦੇ ਨੇ। ਇੰਗਲੈਂਡ ਤੁਸੀਂ ਦੇਖਿਆ ਥੋੜ੍ਹੇ ਦਿਨ ਪਹਿਲੇ ਇਹ ਹੋਣਾ ਹੀ ਹੈ ਕਿ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਗਈ, ਸਿਰਫ ਕਿਉਂ ਗਈ ਹੈ? ਗੁਰਦੁਆਰਾ ਸਾਹਿਬ 'ਚ ਜਾ ਕੇ ਗਈ ਹੈ ਕਿ ਪੰਜਾਬੀਆਂ ਨੇ ਜਿੱਥੇ ਵੀ ਜਾਂਦੇ ਲੋਕਾਂ ਦੀ ਮਦਦ ਕਰਦੇ ਨੇ। ਉੱਥੇ ਓਕਲੈਂਡ 'ਚ ਵੀ ਪੰਜਾਬੀਆਂ ਨੇ ਲੰਗਰ ਲਾਇਆ। ਸਿਰਫ ਉਸ ਨਾਲ 2 ਬੰਦੇ ਸੀਗੇ ਪ੍ਰਧਾਨ ਮੰਤਰੀ ਨੇ, 2 ਆਪਣੇ ਸਿਕਿਉਰਿਟੀ ਗਾਰਡ ਨਾਲ। ਦੇਖੋ ਕਿੰਨੇ ਆਪਣੇ ਪ੍ਰਧਾਨ ਮੰਤਰੀ ਕਿੰਨੇ ਸਿਕਿਉਰਿਟੀ ਗਾਰਡ ਹੁੰਦੀ ਹੈ।
ਇਹਨਾਂ ਨੂੰ ਸਰਕਾਰਾਂ ਨੂੰ ਇਹੀ ਚਾਹੀਦਾ ਹੈ ਕਿ ਪਲੀਜ਼ ਇਹ 3 ਕਾਨੂੰਨ ਹੈ ਇਹ ਵਾਪਸ ਲੈ ਲਓ। ਬਸ ਸਭ ਦਾ ਵਿੱਚ ਸਭ ਦਾ ਭਲਾ ਹੋਊਗਾ ਜੀ। ਦੇਖੋ ਸਰਕਾਰਾਂ ਦਾ ਵੀ ਭਲਾ ਹੋ ਜਾਊਗਾ, ਆਮ ਜਨਤਾ ਦਾ ਵੀ ਭਲਾ ਹੋ ਜਾਊਗਾ। ਸਹੀ ਚਾਹੁੰਦੇ ਹਾਂ ਕਿ ਬਿਜ਼ਨਸਮੈਨ ਬੰਦਾ ਨਾ ਮਰੇ, ਇਹ 'ਚ ਬਿਜ਼ਨਸਮੈਨ ਬੰਦਾ ਬਹੁਤ ਬੁਰੀ ਤਰ੍ਹਾਂ ਮਰ ਰਿਹਾ। ਤਾਂ ਇੱਧਰ ਹੋਰ ਵੀ ਗੱਲ ਕਰਾਂਗੇ ਆਪਾਂ, ਨੌਜਵਾਨ ਕਾਫੀ ਮੌਜੂਦ ਨੇ। ਬਾਈ ਜੀ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਕਿਉਂਕਿ ਲੋਕਾਂ ਦੇ ਵਿੱਚ ਡਰ ਹੈ ਕਿ 26 ਵਾਲੀ ਘਟਨਾ ਤੋਂ ਬਾਅਦ ਅਸੀਂ ਹੁਣ ਜਾਣਾ ਨਹੀਂਗਾ, ਵੀ ਸਾਡੇ ਨਾਲ ਵੀ ਕੁਝ ਉੱਥੇ ਹੋ ਸਕਦਾ। ਐਸਾ ਕੋਈ ਵੀ ਡਰਨ ਦੀ ਲੋੜ ਨਹੀਂ, ਨਾ ਕਦੇ ਪੰਜਾਬੀ ਡਰਿਆ ਤੇ ਨਾ ਡਰਨਾ। ਅਸੀਂ ਅੜ ਕੇ ਕਾਨੂੰਨ ਵਾਪਸ ਕਰਾਉਣੇ ਨੇ, ਲੜ ਕੇ ਕਾਨੂੰਨ ਵਾਪਸ ਕਰਾਉਣੇ ਨੇ, ਕਿਉਂਕਿ ਸਾਡੀਆਂ ਰਗਾਂ ਦੇ ਵਿੱਚ ਭਗਤ ਸਿੰਘ, ਰਾਜਗੁਰੂ, ਸੁਖਦੇਵ ਤੇ ਸਰਾਭੇ ਦਾ ਖੂਨ ਹੈ। ਸੋ ਇਹ ਤਾਂ ਸਰਕਾਰਾਂ ਦਾ ਵਹਿਮ ਹੈ ਵੀ ਪੰਜਾਬੀ ਡਰ ਜਾਣਗੇ। ਅਸੀਂ ਬਹੁਤ ਸਹਿਜ ਮਤੇ ਵਾਲੇ ਤੇ ਸਬਰਾਂ ਵਾਲੇ ਬੰਦੇ ਆ, ਇਸ ਕਰਕੇ ਇੰਨਾ ਅਸੀਂ ਡਰ ਕੇ ਨਹੀਂ ਕਦੇ ਵੀ ਸਰਕਾਰਾਂ ਦੀ ਚਾਪਲੂਸੀ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਆ। ਪੰਜਾਬ ਹਮੇਸ਼ਾ ਹੀ ਮੋਢੀ ਰਿਹਾ ਤੇ ਸੂਰਮਿਆਂ ਦਾ ਦੇਸ਼ ਹੈ ਇਹ। ਸੋ ਕਿਸੇ ਵੀ ਲੜਾਈ ਦੇ ਵਿੱਚ, ਕਿਸੇ ਵੀ ਥਾਂ ਦੇ ਉੱਪਰ ਸਭ ਤੋਂ ਪਹਿਲਾ ਜਿਹੜਾ ਨੰਬਰ ਹੈ ਉਹ ਪੰਜਾਬੀਆਂ ਦੇ ਆਉਂਦਾ। ਕਿਸੇ ਵੀ ਲੋਕ ਗੱਲਾਂ ਕਰਦੇ ਆ ਵੀ ਪੰਜਾਬੀਆਂ ਨੇ ਜਿਹੜਾ ਆ ਇਹਨਾਂ ਨੇ ਹਰੇਕ ਕੰਮ ਦੇ ਵਿੱਚ ਇਹਨਾਂ ਨੂੰ ਹੁਣ ਯਾਦ ਆਉਂਦਾ ਜਿਹੜੇ ਗੱਲਾਂ ਕਰਦੇ ਨੇ, ਕਿਉਂਕਿ ਹੁਣ ਕੀ ਕੰਮ ਹੋ ਗਿਆ, ਪਾੜੋ ਤੇ ਰਾਜ ਕਰੋ ਦੀ ਨੀਤੀ ਹੋ ਗਈ। ਜਿਹੜਾ ਪੱਤਾ ਮੋਦੀ ਖੇਡਣਾ ਚਾਹੁੰਦਾ ਨਾ ਧਰਮਾਂ ਦਾ, ਉਹ ਖੇਡ ਚੁੱਕਿਆ। ਸੋ ਜਿਹੜੇ ਪੜ੍ਹੇ ਲਿਖੇ ਤੇ ਸੂਝਵਾਨ ਲੋਕ ਨੇ ਉਹ ਤਾਂ ਸਮਝਦੇ ਨੇ ਇਸ ਗੱਲ ਨੂੰ ਵੀ ਇਹ ਚਾਹੁੰਦਾ ਕੀ ਹੈ। ਇਹ ਫਿਰਕਾ ਪ੍ਰਸਤੀ ਦੇ ਨਾਲ ਧਰਮਾਂ ਦੀ ਰਾਜਨੀਤੀ ਖੇਡ ਕੇ ਕਬਜ਼ੇ ਕਰਦਾ ਆ। ਹੁਣ ਵੀ ਬੰਗਾਲ ਦੀਆਂ ਆਪਾਂ ਵੀਡੀਓਜ਼ ਲਗਾਤਾਰ ਦੇਖਦੇ ਹਾਂ ਕਿਵੇਂ ਇਹਨੇ ਹਿੰਦੂ ਮੁਸਲਮਾਨਾਂ ਨੂੰ ਯੋਧਾ ਕੀਤਾ, ਉੱਥੇ ਲੜਾਈਆਂ ਕਰਾਉਂਦੇ ਪਏ ਨੇ। ਉੱਥੇ ਰਾਮ ਵਾਲੀ ਘਟਨਾ ਨੂੰ ਵੀ ਤਾਂ ਉਹ ਹਿੰਦੂ ਸਿੱਖ ਦੀ ਲੜਾਈ ਬਣਾ। ਹਾਂ ਬਿਲਕੁਲ ਬਿਲਕੁਲ, ਤੁਸੀਂ ਦੇਖ ਰਹੇ ਹੋ। ਸੋ ਮਲੋਟ ਤੋਂ ਉਦਾਹਰਨ ਲੈ ਲੈਣੀ ਚਾਹੀਦੀ ਹੈ। ਪੰਜਾਬੀ ਫਿਰ ਕੀ ਹਾਲ ਕਰਦੇ ਨੇ ਜਿਹੜੇ ਲੋਕ ਨਹੀਂ ਸਬਕ ਲੈਂਦੇ। ਇਹ ਬੀਜੇਪੀ ਦੇ ਸਾਰੇ ਲੀਡਰਾਂ ਨੂੰ ਮੈਂ ਹਿੱਕ ਠੋਕ ਕੇ ਕਹਿਣਾ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਮਹਿੰਗਾ ਪਊਗਾ ਇਹਨਾਂ ਨੂੰ। ਕਿਸਾਨ ਵੀਰਾਂ ਦੇ ਨਾਲ ਲਿਆ ਹੋਇਆ ਇਹ ਵਾਲਾ ਜਿਹੜਾ ਦੁਸ਼ਮਣੀਆਂ ਪਾਈਆਂ ਨੇ ਬਹੁਤ ਮਹਿੰਗੀਆਂ ਪੈਣੀਆਂ ਨੇ, ਕਿਉਂਕਿ ਅਸੀਂ ਕਦ ਤੱਕ ਅਸੀਂ ਜੇ ਧੂਆਂ ਉੱਡਦਾ ਨਾ ਅੰਦਰ, ਫਿਰ ਅੱਗ ਤਾਂ ਲੱਗਣੀ ਹੋਈ ਹੈ। ਸੋ ਇਹਨਾਂ ਨੇ ਧੂਆਂ ਉੱਠਣ ਸਾਡੇ ਅੰਦਰ ਲਾਇਆ, ਸਾਡੀਆਂ ਹਿੱਕਾਂ ਦੇ ਵਿੱਚ ਇਹਨਾਂ ਨੇ ਉਹ ਜਿਹੜਾ ਚਿਣਗ ਲਾਈ ਹੈ ਨਾ, ਤੀਲੀ ਲਾਈ ਹੈ, ਇਹ ਅੱਗ ਦੇ ਭਾਂਬੜ ਇਹਨਾਂ ਦੇ ਘਰ ਫੂਕਣਗੇ। ਸੋ ਇਸ ਕਰਕੇ ਮੈਂ ਇਹ ਚੰਗੀ ਤਰ੍ਹਾਂ ਬਹੁਤ ਸਾਫ਼ ਸ਼ਬਦਾਂ 'ਚ ਕਲੀਅਰ ਕਰਨਾ ਚਾਹੁੰਦਾ ਹੈ ਵੀ ਆਪਦੇ ਲੋਹੇ ਦੇ ਕੱਛੇ ਪਾ ਲਓ, ਭਾਵੇਂ ਜੋ ਮਰਜ਼ੀ ਕਰ ਲਓ। ਜੇ ਪਾਟਣ ਤੇ ਆ ਗਏ ਨਾ, ਫਿਰ ਲੋਕ ਨੰਗੇ ਕਰਕੇ ਸੜਕਾਂ 'ਤੇ ਭਜਾਉਣਗੇ। ਸੋ ਇਹ ਜਿਹੜੇ ਵੀ ਇਹਨਾਂ ਦੀ ਸਪੋਰਟ ਕਰਦੇ ਨੇ ਜਾਂ ਸ਼ਹਿ ਦਿੰਦੇ ਨੇ, ਇਹਨਾਂ ਨੂੰ ਇਹ ਆਪਣੇ ਘਰ ਬਚਾ ਕੇ ਰੱਖਣ, ਕਿਉਂਕਿ ਗਲਤ ਅੱਤ ਤੇ ਅੰਤ ਅੱਧਾ ਟਿੱਪੀ ਦਾ ਹੀ ਫਰਕ ਆ। ਸੋ ਇਹ ਕਰਕੇ ਇਹਨੂੰ ਜੇ ਅੱਤ ਚੱਕਣਗੇ ਤਾਂ ਅੰਤ ਇਹਨਾਂ ਦਾ ਨੇੜੇ ਆ। ਸੋ ਅਸੀਂ ਕਿਸਾਨਾਂ ਦੇ ਨਾਲ ਖੜੇ ਆ, ਮੋਢੇ ਨਾਲ ਮੋਢਾ ਲਾ ਕੇ। ਕੱਲ ਦੀਪ ਸਿੱਧੂ ਦਾ ਜਨਮ ਦਿਨ ਆ, ਖੂਨਦਾਨ ਕੈਂਪ ਵੀ ਲੱਗ ਰਹੇ ਨੇ ਸ਼ਹਿਰ ਦੇ ਵਿੱਚ। ਗਲਮੋਹਰ ਹੋਟਲ ਦੇ ਬਾਹਰ ਵੀ ਖੂਨਦਾਨ ਕੈਂਪ ਲੱਗ ਰਿਹਾ। ਸੋ ਕੱਲ ਨੂੰ ਵੱਧ ਚੜ ਕੇ ਸ਼ਮੂਲੀਅਤ ਕਰਾਂਗੇ। ਪੰਜਾਬੀ ਤਾਂ ਹਮੇਸ਼ਾ ਹੀ ਰਹੇ ਨੇ, ਅਸੀਂ ਕਦੇ ਪਿੱਛੇ ਨਹੀਂ ਹਟਾਂਗੇ। ਆਪਦੇ ਮੁਲਕ ਨਾਲ ਪਿਆਰ ਕਰਦੇ ਹਾਂ, ਅਸੀਂ ਆਪਣੇ ਮੁਲਕ ਦਾ ਸਤਿਕਾਰ ਕਰਦੇ ਹਾਂ। ਇਹ ਭਾਰਤ ਦੇਸ਼ ਸਾਡਾ ਆ, ਇੱਥੇ ਜੰਮੇ ਪਲੇ ਆ, ਇਹਦੀਆਂ ਰਗਾਂ ਸਾਡੀਆਂ ਰਗਾਂ ਦੇ ਵਿੱਚ ਇਹਦਾ ਖੂਨ ਆ। ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਵਰਗੇ ਇਹਨੂੰ ਕੁਰਬਾਨੀ ਦੇ ਕੇ ਹੀ ਆਜ਼ਾਦ ਕਰਾ ਕੇ ਗਏ ਨੇ। ਜੇ ਚਰਖਾ ਕੱਤ ਕੇ ਆਜ਼ਾਦੀ ਆਈ ਐ ਨਹੀਂ ਸੀ ਆਉਣੀ। ਸੋ ਹੁਣ ਵੀ ਕਿਸਾਨ ਜਿਹੜੇ ਵੀਰ ਨੇ ਉਹਨਾਂ ਨੂੰ ਜੇ ਲੱਖੇ ਸਿਧਾਣੇ ਵਰਗਿਆਂ ਨੂੰ ਕਹਿੰਦੇ ਨੇ ਵੀ ਇਹ ਗਰਮ ਖਿਆਲੀਏ ਨੇ, ਤਾਂ ਹੈਗੇ ਆ ਭਾਈ। ਗਰਮ ਖਿਆਲੀਆਂ ਬਿਨਾਂ ਤੁਹਾਡਾ ਹੱਲ ਨਹੀਂ ਹੋਣਾ। ਜੇ ਸਰਕਾਰ ਹਿੱਲੂਗੀ ਤਾਂ ਗਰਮ ਖਿਆਲੀਆਂ ਕਰਕੇ ਹਿੱਲੂਗੀ, ਇਹ ਗੱਲ ਨੋਟ ਕਰਨਾ। ਬਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਕਿ ਆ ਹੁਣ ਪਾਰਲੀਮੈਂਟ ਘਰਾਓ ਦਾ ਸੱਦਾ ਇਹ ਸਫਲ ਰਹੂਗਾ ਜਾਂ ਨਹੀਂ? ਦੇਖੋ ਮੈਂ ਤੁਹਾਨੂੰ ਆਪਣੀ ਨਿੱਜੀ ਰਾਏ ਪੇਸ਼ ਕਰੂੰਗਾ। ਅਸੀਂ ਕਿਸੇ ਵੀ ਜਿਹੜੀਆਂ ਜਥੇਬੰਦੀਆਂ ਨੇ, ਅਸੀਂ ਕਿਸੇ ਜਥੇਬੰਦੀ ਨਾਲ ਨਹੀਂ ਹੈਗੇ। ਇਹ ਜਿਹੜੀਆਂ ਜਥੇਬੰਦੀਆਂ ਨੇ ਲੁੱਟੂਆਂ ਦਾ ਟੋਲਾ ਆ। ਤੇ ਪ੍ਰਿੰਸ ਵੀਰ ਨੇ ਕਿਹਾ ਕੁਛ ਕੁ ਨੇ, ਇਹ ਸਾਰੇ ਇੱਕੋ ਜਿਹੇ ਨੇ। ਇਹ ਕਹਿੰਦੇ ਆ ਦੀਪ ਸਿੱਧੂ ਦੀ ਜਿਹੜੀ ਫੋਟੋ ਆ ਜੀ ਇਹ ਸੰਨੀ ਦਿਓਲ ਨਾਲ ਸੀ। ਇਹਨਾਂ ਦੀਆਂ ਵੀ ਫੋਟੋਆਂ ਪ੍ਰਕਾਸ਼ ਸਿੰਘ ਬਾਦਲ ਨਾਲ ਨੇ। ਇਹ ਕਾਮਰੇਡ ਜਿਹੜੇ ਸੀਗੇ, ਇੱਕ ਬਾਈ ਆ ਸਾਡਾ ਵੀਰ ਕਹਿੰਦਾ ਸੀ ਵੀ ਇਹ ਸਾਈਕਲਾਂ ਤੋਂ ਜਹਾਜ਼ਾਂ ਤੱਕ ਪਹੁੰਚ ਗਏ। ਇਹ ਗਦਾਰੀ ਕਰਕੇ ਪਹੁੰਚੇ ਨੇ, ਇਹ ਜਿੰਨੇ ਵੀ ਪਹੁੰਚੇ ਨੇ। ਬਾਕੀ ਮੈਂ ਜਿਹੜੇ ਕਿਸਾਨਾਂ ਦੇ ਹੱਕ 'ਚ ਲਿਆ ਫੈਸਲਾ ਆ, ਅਸੀਂ ਉਹਦਾ ਸਨਮਾਨ ਕਰਦੇ ਹਾਂ। ਆ 3 ਕਾਲੇ ਕਾਨੂੰਨਾਂ ਦਾ ਅਸੀਂ ਵਿਰੋਧ ਕਰਦੇ ਹਾਂ। ਅਸੀਂ ਲੋਕਾਂ ਨੂੰ ਅਪੀਲ ਵੀ ਕਰਦੇ ਹਾਂ, ਜਿਹੜਾ ਇਹਨਾਂ ਨੇ ਘਰਾਓ ਕੀਤਾ ਆ ਉੱਥੇ ਜ਼ਰੂਰ ਜਾਓ। ਪਰ ਇੱਕ ਮੈਂ ਉਹਨਾਂ ਨੂੰ, ਨੌਜਵਾਨਾਂ ਨੂੰ ਬੇਨਤੀ ਕਰਨੀ ਚਾਹੂੰਗਾ, ਇਹ ਸੰਯੁਕਤ ਕਿਸਾਨ ਮੋਰਚੇ ਵਾਲੇ ਗਦਾਰ ਲਾਣਨ ਨੂੰ 1 ਮਿੰਟ ਲਾਉਂਦੇ ਆ। ਜੇ ਤੁਸੀਂ ਜਾਣਾ ਆਪਣਾ ਆਈ ਕਾਰਡ ਇਹਨਾਂ ਤੋਂ ਬਣਵਾ ਕੇ ਜਾਇਓ, ਵੀ ਕੱਲ ਨੂੰ ਤੁਹਾਨੂੰ ਉੱਥੇ ਸਟੈਂਪ ਲਵਾ ਕੇ ਜਾਇਓ। ਇਹਦਾ ਸਿੱਧਾ ਹੀ ਮੁੱਕਰ ਜਾਂਦੇ ਆ ਬਈ ਦੀਪ ਸਿੱਧੂ ਸਾਡਾ ਹੈ ਨਹੀਂ, ਲੱਖਾ ਸਿਧਾਣਾ ਸਾਡਾ ਹੈ ਨਹੀਂ। ਇਹ ਸਭ ਵਰਗਲਾ ਕੇ ਲੈ ਗਏ। ਮੈਂ ਨੌਜਵਾਨਾਂ ਨੂੰ ਇੱਕ ਬੇਨਤੀ ਕਰਨੀ ਚਾਹੂੰ, ਹੱਥ ਜੋੜ ਕੇ ਕਰੂੰ, ਬਈ ਤੁਸੀਂ ਜ਼ਰੂਰ ਉੱਥੇ ਪਹੁੰਚੋ। ਪਰ ਆ ਜਿਹੜੇ ਸੰਯੁਕਤ ਮੋਰਚੇ ਕੋਲੋਂ ਇੱਕ ਆਪਣਾ ਆਈਡੀ ਕਾਰਡ ਤਿਆਰ ਕਰਕੇ ਲਿਜਾਓ, ਵੀ ਜਿਹੜੀ ਉਹ ਘਟਨਾ ਹੈ ਕੱਲ ਨੂੰ ਤੁਹਾਡੇ ਤੇ ਕੋਈ ਪੁੱਠੀ ਵਾਹ ਪੈਂਦੀ ਆ ਤਾਂ ਇਹ ਭੱਜਣ ਨਾ, ਵੀ ਇਹ ਨਾ ਕਹਿਣ ਵੀ ਲੱਖਾ ਜਿਵੇਂ ਸਾਡਾ ਨਹੀਂਗਾ, ਦੀਪ ਸਿੱਧੂ ਸਾਡਾ ਨਹੀਂ। ਹੁਣ ਮੈਂ ਕੱਲ ਵੀ ਇੱਕ ਵੀਡੀਓ ਦੇਖਦਾ ਸੀ, ਇੱਕ ਕਾਮਰੇਡ ਸੀ ਜਿਹਨੂੰ ਅਸੀਂ ਕਦੀ ਦੇਖਿਆ ਹੀ ਨਹੀਂ। ਅਸੀਂ 26 ਜਨਵਰੀ ਤੋਂ ਪਹਿਲਾਂ ਘੱਟੋ ਘੱਟ 4 ਤੋਂ 5 ਵਾਰ ਅਸੀਂ ਉੱਥੇ ਬਾਰਡਰਾਂ ਤੇ ਗਏ ਆ, ਉੱਥੇ ਸੇਵਾ ਵੀ ਕੀਤੀ ਆ, ਹਰ ਤਰ੍ਹਾਂ ਦੀ ਸੇਵਾ ਅਸੀਂ ਕੀਤੀ। ਪਰ ਜਿੱਦਣ ਇਹਨਾਂ ਨੇ
ਅਗਲੇ ਦਿਨ ਸਟੇਜਾਂ ਤੋਂ ਗਦਾਰ ਲਾਉਂਦੇ ਹਾਂ, ਸਾਡਾ ਮਨ ਟੁੱਟ ਗਿਆ। ਅਸੀਂ ਉਦੋਂ ਬਾਅਦ ਉੱਥੇ ਨਹੀਂ ਗਏ, ਕਿਉਂਕਿ ਜਿਹੜੇ ਸਾਡੇ ਨੌਜਵਾਨ ਨੇ ਜੇ ਉਹਨਾਂ ਦੇ ਨਾਲ ਹੀ ਇਹ ਨਹੀਂ ਖੜਦੇ। ਬਾਕੀ ਤੁਸੀਂ ਇਹਨਾਂ ਦੀਆਂ ਸਟੇਟਮੈਂਟਾਂ ਦੇਖ ਲਓ, ਇਹ ਕਦੀ ਕਹਿ ਦਿੰਦੇ ਆ ਹੁਣ ਇਹਨਾਂ ਨੂੰ ਡੇਟ ਨਹੀਂ ਡਿਸਾਈਡ ਹੋਈ, ਬਈ ਅਸੀਂ ਡੇਟ ਕਿਹੜੀ ਦੇਵਾਂਗੇ, ਮਈ ਦੇ ਪਹਿਲੇ ਹਫਤੇ ਜਾਵਾਂਗੇ ਜੀ। ਇਹ ਜਿਹੜੇ 32 ਬੰਦੇ ਰਲ ਕੇ ਇੱਕ ਡੇਟ ਨਹੀਂ ਤੈਅ ਕਰ ਸਕਦੇ, ਇਹਨਾਂ ਨੇ ਨੌਜਵਾਨਾਂ ਨੂੰ ਕਿੱਥੇ ਇਕੱਠਾ ਕਰਨਾ। 26 ਨਵੰਬਰ ਦੀ ਗੱਲ ਕਰੂੰਗਾ, ਸਭ ਤੋਂ ਮੂਹਰੇ ਜਿਹੜੇ ਸੀ ਸਾਰੇ ਨੌਜਵਾਨ ਸੀ। ਇਹ ਤਾਂ ਕਹਿੰਦੇ ਸੀ ਵੀ ਜਿੱਥੇ ਹੋਊਗਾ ਜੀ ਉੱਥੇ ਬਹਿ ਜਾਾਂਗੇ ਜੀ ਅਸੀਂ, ਬਈ ਸਾਰੇ ਉੱਥੇ ਗਏ, ਅਸੀਂ ਉਹਨਾਂ ਦੇ ਵਿੱਚ ਮੌਜੂਦ ਸੀਗੇ। ਬਈ ਉੱਥੇ ਨੌਜਵਾਨਾਂ ਨੇ ਕਿਵੇਂ ਬੈਰੀਕੇਡ ਚੱਕ ਕੇ ਖਿਡੌਣੇ ਵਾਂਗੂ ਮਾਰੇ ਵੀ ਚਲੋ ਪਰੇ ਕਰੋ। ਉਹੀ ਦੀਪ ਸਿੱਧੂ 26 ਜਨਵਰੀ ਨੂੰ ਸਭ ਤੋਂ ਮੂਹਰੇ ਸੀ, ਉਹਦਾ ਟਰੈਕਟਰ ਸਭ ਤੋਂ ਮੂਹਰੇ ਸੀਗਾ। ਹੁਣ ਇਹ ਕਹਿੰਦੇ ਜੀ ਦੀਪ ਸਿੱਧੂ ਹੈ ਕੌਣ? ਉਹ ਤਾਂ ਜੀ RSS ਦਾ ਬੰਦਾ ਆ, ਉਹ ਜੀ BJP ਦਾ ਬੰਦਾ ਆ। ਉਹਦੇ ਮੱਥੇ ਤੇ ਕੋਈ ਲੱਗਿਆ? ਤੁਹਾਨੂੰ ਵੀ ਕਹੀ ਜਾਂਦੇ ਆ ਬਈ ਤੁਸੀਂ ਕੋਈ ਬਾਦਲ ਦਾ ਬੰਦਾ, ਕੋਈ ਕੈਪਟਨ ਦਾ ਬੰਦਾ, ਕੋਈ ਆਮ ਆਦਮੀ ਪਾਰਟੀ ਦਾ ਬੰਦਾ। ਆ ਸਾਰੇ ਕਾਮਰੇਡ ਨੇ ਜਿਹੜੇ। ਇੱਕ ਹੋਰ ਬੈਠੀ ਆ ਸੋਨੀਆ ਮਾਨ, ਮੈਂ ਉਹਦੀ ਗੱਲ ਕਰੂੰਗਾ। ਉਹ ਕਦੀ ਕਹਿੰਦੀ ਆ ਜੀ ਸਾਡਾ ਮਾਸੜ ਆ ਕੇ ਫੁੱਫੜ ਆ ਜਿਹੜਾ ਵੀ ਕਹਿੰਦੀ ਆ ਵੀ ਉਹ ਸਾਡਾ ਖਾਲਿਸਤਾਨੀ ਸੋਚ ਵਾਲਾ, ਤੇ ਮੈਂ ਕਹਿੰਦੀ ਮੈਂ ਕਾਮਰੇਡੀ ਆ। ਉਹ ਨਿਸ਼ਾਨ ਸਾਹਿਬ ਨੂੰ ਨਿਸ਼ਾਨ ਸਾਹਿਬ ਕਹਿੰਦੇ ਆ, ਇਹ ਕਹਿੰਦੀ ਜੀ ਝੰਡਾ ਆ। ਪਹਿਲਾਂ ਤਾਂ ਇਹੋ ਜਿਹੀਆਂ ਜਿਹੜੀਆਂ ਭੇਡਾਂ ਉੱਥੇ ਬੈਠੀਆਂ, ਮੈਂ ਭੇਡਾਂ ਹੀ ਕਹੂੰਗਾ, 32 ਜਥੇਬੰਦੀਆਂ ਭੇਡਾਂ ਤਾਂ ਹੈਗੀਆਂ ਨੇ ਜਿਹੜੀਆਂ ਉਹਨਾਂ ਨੇ ਭੇਡਾਂ ਨੂੰ ਅੱਗੇ ਆਪਣਾ ਕੱਦ ਵਧਾਉਣ ਲੱਗ ਬਈ ਕੱਲ ਨੂੰ ਇਲੈਕਸ਼ਨ ਵੀ ਲੜਨੀ ਆ, ਸਾਨੂੰ ਉੱਥੇ ਵੀ ਯੂਥ ਚਾਹੀਦਾ। ਇਹੋ ਜਿਹੀਆਂ ਭੇਡਾਂ ਉਹਨਾਂ ਨੇ TV ਮੂਹਰੇ ਤੁਹਾਡੇ ਚੈਨਲਾਂ ਮੂਹਰੇ ਅੱਗੇ ਕੀਤੀਆਂ ਬਈ ਇਹਨਾਂ ਨਾਲ ਯੂਥ ਨੂੰ ਅਸੀਂ ਅਟਰੈਕਟ ਕਰਕੇ ਆਪਣੇ ਵੱਲ ਨੂੰ ਆ ਜਾਈਏ। ਕੱਲ ਮੈਂ ਉਹ ਗਰੇਵਾਲ ਸਾਹਿਬ ਦੀ ਦੇਖ ਰਿਹਾ ਸੀ, ਕਹਿੰਦੇ 32 ਸਰਜਰੀਆਂ ਕਰਾਈਆਂ। ਇਹ ਤਾਂ ਹੁਣ ਉਹਨੂੰ ਹੀ ਪਤਾ ਹੋਊ ਜਿਹਨੇ ਕਰਾਈਆਂ ਨੇ 32 ਸਰਜਰੀਆਂ। ਔਰ ਜਦੋਂ ਵੀ ਗੱਲ ਕਰਦੀ ਆ ਉਹ ਕਹੂਗੀ ਅਸੀਂ ਏਕੇ ਦੀ ਗੱਲ ਕਰਦੇ ਆ, ਪਰ ਜਦੋਂ ਦੀਪ ਸਿੱਧੂ ਦਾ ਨਾਂ ਆਉਂਦੀ ਆ ਉਹਦੇ ਜਿਵੇਂ ਉਹਨੂੰ ਬੁੱਲਾਂ ਤੇ ਮੈਂ ਕਹਿੰਦਾ ਫੈਵਿਕਵਿਕ ਲੱਗ ਜਾਂਦੀ ਆ, ਉਹਦੇ ਕੋਲ ਕੋਈ ਜਵਾਬ ਨਹੀਂ ਆਉਂਦਾ ਬਈ ਦੀਪ ਸਿੱਧੂ ਬਾਰੇ ਬੋਲਣਾ। ਸੋ ਮੈਂ ਨੌਜਵਾਨਾਂ ਨੂੰ ਫਿਰ ਬੇਨਤੀ ਕਰੂੰਗਾ ਬਈ ਤੁਸੀਂ ਜਿਹੜਾ ਵੀ ਇਹਨਾਂ ਨੇ ਸੰਸਦ ਦਾ ਘਰਾ ਕਰਨਾ, ਜਿਹੜੀ ਵੀ ਤਰੀਕ ਦੇਣਗੇ, ਤੁਸੀਂ ਇੱਕ ਦਿਨ ਪਹਿਲਾਂ ਜ਼ਰੂਰ ਪਹੁੰਚੋ, ਪਰ ਇਹਨਾਂ ਕੋਲੋਂ ਆਪਣੇ ਆਈ ਕਾਰਡ ਤੇ ਇਹਨਾਂ ਦੀ ਸੰਯੁਕਤ ਮੋਰਚੇ ਦੀ ਸਟੈਂਪ ਲਾ ਕੇ ਫਿਰ ਜਾਇਓ, ਕਿਉਂਕਿ ਇਹ ਗਦਾਰ ਲਾਣਨ ਲੱਗੇ ਜਾਂ ਸਟੇਜਾਂ ਤੇ ਦੱਲੇ ਕਹਿਣ ਲੱਗੇ, ਗੁਰੇਜ਼ ਨਹੀਂ ਕਰਦੇ। ਬਾਈ ਜੀ ਬਾਕੀ ਇਹਨਾਂ ਨੇ ਪੁਆਇੰਟ ਇੱਕ ਰੱਖਿਆ ਕਿ ਜਦੋਂ ਪਿਛਲੀ ਵਾਰੀ 26 ਤਰੀਕ ਨੂੰ ਬਹੁਤ ਨੌਜਵਾਨ ਗਏ ਸੀ, ਬਹੁਤ ਜੋਸ਼ ਸੀਗਾ, ਪਰ ਉਸ ਤੋਂ ਬਾਅਦ ਜਿਹੜੀ ਘਟਨਾ ਵਾਪਰੀ, ਹੁਣ ਨੌਜਵਾਨ ਜਾਣ ਲੱਗਿਆ ਸੋਚੂਗਾ ਕਿ ਮੈਂ ਵੀ ਉੱਥੇ ਕਿਤੇ ਮੈਨੂੰ ਇਤਨਾ ਹੋ ਜਾਏ, ਮੈਨੂੰ ਫਿਰ ਸਾਥ ਮੇਰਾ ਕੌਣ ਦਊਗਾ। ਪਿਛਲੀ ਵਾਰੀ ਵੀ ਇੱਦਾਂ ਹੀ ਹੋਇਆ ਸੀ, ਪਹਿਲਾਂ ਕਿਸਾਨ ਮੋਰਚੇ ਨੇ ਘਰਾਓ ਦਾ ਦਿੱਤਾ ਸੀਗਾ ਦਿੱਲੀ ਕੂਚ ਦਾ, ਉਸ ਤੋਂ ਬਾਅਦ ਸਾਰਿਆਂ ਨੂੰ ਕਹਿ ਦਿੱਤਾ ਕਿ ਉਹ ਗੱਦਾਰ ਨਿਕਲੇ। ਤਾਂ ਨੌਜਵਾਨਾਂ 'ਚ ਡਰ ਤਾਂ ਹੈ। ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਜਥੇਬੰਦੀਆਂ ਦੇ ਵਿਰੋਧੀ ਨਹੀਂ ਹੈਗੇ, ਅਸੀਂ ਵੀ ਜਿਹੜਾ ਜਿੰਨਾ ਵੀ ਆਵਾਮ ਆ ਉਹ ਕਾਲੇ ਕਾਨੂੰਨਾਂ ਨਾਲ ਹੀ ਵਿਰੋਧ ਕਰਦੇ ਆ। ਪਰ ਸਭ ਤੋਂ ਪਹਿਲਾਂ ਆ ਵਿਜ਼ਨ ਜਿਹੜਾ ਉਹ ਕਲੀਅਰ ਕਰਨਾ ਪਊ ਜਥੇਬੰਦੀਆਂ ਨੂੰ, ਕਿਤੇ ਦੁਬਾਰਾ ਯੂ ਟਰਨ ਤਾਂ ਨਹੀਂ ਮਾਰਨਾ। ਪਹਿਲਾਂ ਇਹਨਾਂ ਨੇ ਰਿੰਗ ਰੋਡ ਦਾ ਲਾਪਰਾਈ ਰੱਖਿਆ, ਉਸ ਤੋਂ ਬਾਅਦ ਕਿੱਥੇ ਗਿਆ ਰਿੰਗ ਰੋਡ? ਫਿਰ ਕਿਤੇ ਨਾ ਕਿਤੇ ਆਪਸੀ ਸਹਿਮਤੀ ਬਣ ਜਾਂਦੀ ਆ। ਤੇ ਇੱਥੇ ਮੈਂ ਇੱਕ ਗੱਲ ਕਰਨੀ ਚਾਹੂੰਗਾ, ਸਾਡਾ ਭਰਾ ਆ ਲੱਖਾ ਸਿਧਾਣਾ, ਉਹਦੇ ਘਰਦਿਆਂ ਨੇ ਬੜੀ ਕੰਜੂਸੀ ਕੀਤੀ ਨਾਮ ਰੱਖਣ ਲੱਗੇ। ਹੈ ਸਾਡਾ ਭਰਾ ਹੀ ਆ, ਨਾਮ ਹੋਣਾ ਲੱਖਾ ਸਿਧਾਣਾ ਨਹੀਂ ਹੋਣਾ ਚਾਹੀਦਾ, ਨਾਮ ਹੋਣਾ ਚਾਹੀਦਾ ਕਰੋੜਾ ਸਿਧਾਣਾ, ਅਰਬਾ ਸਿਧਾਣਾ, ਖਰਬਾ ਸਿਧਾਣਾ। ਇਦਾਂ ਦੇ ਵੀਰਾਂ ਨੂੰ ਜੇ ਆਪਾਂ ਸਾਂਭਿਆ ਜਥੇਬੰਦੀਆਂ ਨੇ, ਤੇ ਹੋਰ ਆਪਾਂ ਕੀ ਸਾਂਭਣਾ? ਦੇਖੋ ਇੱਕ ਸੂਝਤਾ ਵੀ ਆ ਵੀਰ ਦੇ ਵਿੱਚ, ਇੱਕ ਦ੍ਰਿੜਤਾ ਵੀ ਆ, ਤੇ ਸਰਕਾਰ ਨਾਲ ਟੱਕਰ ਲੈਣ ਦੀ ਇੱਕ ਤੁਸੀਂ ਕਹਿ ਸਕਦੇ ਹੋ ਜਵਾਨੀ ਦਾ ਜੋਸ਼ ਵੀ ਆ। ਅਸੀਂ ਜਥੇਬੰਦੀਆਂ ਨੂੰ ਹੱਥ ਜੋੜ ਕੇ ਅਸੀਂ ਅਪੀਲ ਕਰਦੇ ਹਾਂ, ਤੁਹਾਡੇ ਬੱਚੇ ਆ, ਅਸੀਂ ਤੁਹਾਡੇ ਕੋਈ ਦੋਖੀ ਨਹੀਂ ਗੇ, ਤੁਸੀਂ ਅੱਗੇ ਲਾ ਕੇ ਚੱਲੋ, ਤੁਹਾਨੂੰ ਅੱਗੇ ਲਾਇਆ ਵੀ ਹੋਇਆ। ਪਰ ਜੇ ਤੁਸੀਂ ਕਿਨਾਰਾ ਕਰ ਲਓਗੇ ਸਾਡੇ ਤੋਂ, ਫਿਰ ਤੁਹਾਡੀ ਕਿਤੇ ਵੀ ਦਾਲ ਨਹੀਂ ਕਰਨੀ। ਸੀ ਲੱਖੇ ਸਿਧਾਣੇ ਅਤੇ ਦੀਪ ਸਿੱਧੂ ਦੇ ਹੱਕ ਦੇ ਵਿੱਚ ਜਿਹੜੇ ਉੱਥੇ ਸੀਗੇ, ਹੁਣ ਉੱਥੇ ਉਹ ਕਮੀ ਤਾਂ ਉੱਥੇ ਹੈਗੀ ਹੈ ਕਿ ਲੱਖਾ ਸਿਧਾਣੇ ਤੇ ਦੀਪ ਸਿੱਧੂ ਨੇ ਬਹੁਤ ਯੂਥ ਜੋੜ ਕੇ ਉੱਥੇ ਰੱਖਿਆ ਹੋਇਆ ਸੀ। ਦੇਖੋ ਜਦੋਂ ਬੂੰਦ ਕਰਕੇ ਜਿਹਨੇ ਜੱਗ ਸਾਗਰ ਭਰਿਆ ਹੁੰਦਾ ਨਾ, ਜਦੋਂ ਉਹ ਇੱਕੋ ਦਮ ਖਿੱਲਰਦਾ ਤੇ ਉਹਨੂੰ ਪਤਾ ਲੱਗਦਾ। ਇਸੇ ਤਰ੍ਹਾਂ ਜਦੋਂ ਸਾਡੇ ਜਿਹੜੇ ਨਾਮਵਰ ਵੀਰ ਨੇ, ਜਿਨ੍ਹਾਂ ਨੂੰ ਸਾਰੇ ਲੋਕ ਜਾਣਦੇ, ਪੰਜਾਬੀ ਜਾਣਦੇ ਨੇ, ਆ ਭੇਡਾਂ ਨੂੰ ਪਹਿਲਾਂ ਜਾਣਦਾ ਕੌਣ ਸੀ? ਇਹ ਕਾਮਰੇਡੀ ਭੇਡਾਂ ਵੀਰ ਨੇ ਕਿਹਾ ਸਾਈਕਲ ਤੋਂ ਹੁਣ ਜਹਾਜ਼ ਤੇ ਚੜ ਗਏ। ਇਦੋਂ ਪਹਿਲਾਂ ਕਿਸੇ ਨੇ 32 ਜਿਹੜੀਆਂ ਜਥੇਬੰਦੀਆਂ ਨੇ, ਕਿਸੇ ਨੇ ਨਾਂ ਸੁਣਿਆ ਸੀ? ਕਿਸੇ ਇੱਕ ਸ਼ਹਿਰੀ ਨੇ ਵੀ ਇਹਨਾਂ ਦਾ ਨਾਂ ਸੁਣਿਆ ਸੀ? ਤੇ ਜਿਨ੍ਹਾਂ ਦੀ ਤੁਸੀਂ ਵਿਰੋਧਤਾ ਕਰਦੇ ਹੋ ਉਹ ਤਾਂ ਬੜੇ ਲੰਬੇ ਸਮੇਂ ਤੋਂ ਸਮਾਜਿਕ ਸੇਵਾ ਦੇ ਵਿੱਚ ਨੇ। ਪਰ ਇਹ ਆਪਾਂ ਨੂੰ ਜਿਹੜਾ ਲੋਕਾਂ ਨੂੰ ਹੁਣ ਜਿਹੜਾ ਡਿਫਰੈਂਸ ਆ ਉਹ ਆਪ ਸੋਚਣਾ ਪਊਗਾ ਵੀ ਕੌਣ ਸਹੀ ਆ ਕੌਣ ਗਲਤ ਆ। ਅਸੀਂ ਅੰਨੇ ਹੋ ਕੇ ਕਿਸੇ ਦਾ ਵੀ ਯਕੀਨ ਨਹੀਂ ਕਰਨਾ। ਅਸੀਂ ਸਤਿਕਾਰ ਕਰਦੇ ਹਾਂ ਪਾਰਲੀਮੈਂਟ ਨੂੰ ਘੇਰਨ ਦੀ ਜਿਹੜਾ ਫੈਸਲਾ ਦਾ ਸਤਿਕਾਰ ਕਰਦੇ ਹਾਂ। ਇੱਕ ਅਪੀਲ ਮੈਂ ਵੀ ਕਰਨੀ ਚਾਹੁੰਦਾ, ਇਸ ਵਾਰੀ ਆਪਾਂ ਕਿਉਂ ਨਾ ਥੋੜਾ ਜਿਹਾ ਵੇਟ ਕਰ ਲਈਏ। ਸਾਨੂੰ ਹਰੇਕ ਵਾਰੀ ਇਹ ਐਲਾਨ ਦਿੰਦੇ ਨੇ ਗਦਾਰ ਨੇ ਜੀ, ਜਿਹੜੇ ਨੌਜਵਾਨ ਦੀ ਇਹਨੇ ਕੰਮ ਖਰਾਬ ਕਰਤਾ ਜੀ, ਅਸੀਂ ਤਾਂ ਸ਼ਾਂਤਮਈ ਸੀ। ਇਸ ਵਾਰੀ ਆਪਾਂ ਸਾਰੇ ਬੈਠ ਜਾਈਏ, ਦੇਖ ਲਈਏ ਵੀ ਇਹ ਬਾਬੇ ਬੁੱਢ ਜਾ ਕੇ ਕਰਦੇ ਕੀ ਆ ਉੱਥੇ। ਆਪਾਂ ਨੂੰ ਇੱਕ ਦੇਖਣਾ ਚਾਹੀਦਾ ਬਹਿ ਕੇ ਡਿਸੀਜਨ ਵੀ ਇਹ ਕਰਦੇ ਕੀ ਆ। ਸੋ ਮੈਂ ਤਾਂ ਇਹੀ ਅਪੀਲ ਕਰਦਾ ਵੀ ਇਸ ਵਾਰੀ ਸਾਰੇ ਇੱਕ ਵਾਰੀ ਇਹਨਾਂ ਨੂੰ ਅੱਗੇ ਲਾਈਏ। ਆਪਾਂ ਜਥੇਬੰਦੀਓ ਤੁਸੀਂ ਜਾਓ, ਤੁਸੀਂ ਪਾਰਲੀਮੈਂਟ ਘੇਰੋ, ਨਾਲੇ ਦੇਖਦੇ ਆ ਤੁਸੀਂ ਕਿੰਨੀ ਕੁ ਪਾਰਲੀਮੈਂਟ ਘੇਰਦੇ ਹੋ। ਜਦੋਂ ਅੱਗੋਂ ਡਾਂਗ ਚੱਲੀ ਨਾ, ਫਿਰ ਗੋਡੇ ਇਹਨਾਂ ਦੇ ਕੰਮ ਨਹੀਂ ਕਰਨੇ, ਗਿੱਟੇ ਉਦੋਂ ਵੀ ਲਪੇਟਦੇ ਇਹਨਾਂ ਨੇ। ਇਹ ਤੁਸੀਂ ਗੱਲ ਨੋਟ ਕਰ ਲਓ ਅੱਜ। ਬਈ ਤੁਹਾਨੂੰ ਲੱਗਦਾ ਕਿ ਨੌਜਵਾਨ ਐਤਕੀ ਜਾਣਗੇ ਉੱਥੇ ਪੂਰੇ ਜੋਸ਼ ਦੇ ਨਾਲ, ਜਿੰਨੇ ਜੋਸ਼ ਦੇ ਨਾਲ ਪਿਛਲੀ ਵਾਰੀ ਗਏ ਸੀ? ਬਿਲਕੁਲ ਜਾਣਗੇ ਜੀ, ਕਿਉਂ ਨਹੀਂ ਜਾਣਗੇ? ਕਿਸਾਨਾਂ ਦਾ ਹੁਣ ਮੈਂ ਇੱਕ ਕੋਈ ਕਿਸਾਨ ਦਾ ਪੁੱਤਰ ਨਹੀਂ ਹੈਗਾ, ਜਾਂ ਮੇਰੇ ਕੋਈ ਨਾਨਕੇ ਦਾਦਕੇ ਕੋਈ ਕਿਸਾਨ ਨਹੀਂ ਹੈਗੇ, ਬਟ ਸਾਨੂੰ ਦੁੱਖ ਤਾਂ ਹੈ ਨਾ ਜਿਹੜੇ 3 ਕਾਨੂੰਨ ਬਣੇ ਨੇ।
ਜਿਹੜੇ ਵਿਚਾਰੇ ਸੜਕਾਂ ਦੇ 4 ਮਹੀਨੇ ਤੋਂ ਪੱਕੇ ਬੈਠੇ ਨੇ ਉਹਨਾਂ ਨੂੰ ਦੇਖ ਕੇ ਹੀ ਜੋਸ਼ ਆਏਗਾ। ਤੇ ਇਹ ਦੁਬਾਰਾ ਜਿੱਦਾਂ 26 ਜਨਵਰੀ ਨੂੰ ਹੋਇਆ ਸੀ ਨਾ, ਟਰੱਕ ਦੇ ਟਰੱਕ ਜਾਂ ਇੱਧਰ ਆਪਣਾ ਟਰਾਲੀਆਂ ਭਰ ਕੇ ਗਈਆਂ ਸੀ, ਤੇ ਇਸ ਵਾਰ ਵੀ ਉਹੀ ਕੰਮ ਹੋਏਗਾ। ਨੌਜਵਾਨ ਸਗੋਂ ਦੁਬਾਰਾ ਅੱਗੇ ਲੱਗੇਗਾ। ਬਟ ਜੋ ਇਹ ਹੈਗੀ ਏਜੰਸੀਆਂ ਨੇ 26 ਜਨਵਰੀ ਨੂੰ ਕੀਤਾ ਸੀਗਾ ਕਰਨ ਨੂੰ, ਇਸ ਵਾਰ ਵੀ ਕਰਨਗੇ ਇਹ। ਬਟ ਮੈਂ ਤਾਂ ਇਹੀ ਕਹੂੰਗਾ ਨੌਜਵਾਨਾਂ ਨੂੰ ਕਿ ਆਪਣਾ ਕੋਈ ਆਪਾਂ ਇੰਨਾ ਤੱਤੇ ਨਹੀਂ ਹੋਣਾ, ਉੱਥੇ ਜਾ ਕੇ ਆਪਣਾ ਸ਼ਾਂਤੀਪੂਰਵਕ ਜਾ ਕੇ ਆਪਣਾ ਕਰਾਓ ਕਰੋ। ਭਾਈ ਤੁਸੀਂ ਜਿਸ ਤਰ੍ਹਾਂ ਦੱਸਿਆ ਕਿ ਤੁਸੀਂ ਇੱਕ ਬਿਜ਼ਨਸਮੈਨ ਹੋ, ਕਾਰੋਬਾਰ ਤੇ ਕਾਫੀ ਅਸਰ ਵੀ ਪੈ ਰਿਹਾ ਜਦੋਂ ਵੀ ਭਾਰਤ ਬੰਦ ਜਾਂ ਸੱਦਾ ਹੁੰਦਾ, ਚਲੋ ਹਰੇਕ ਕਾਰੋਬਾਰ ਤੇ ਅਸਰ ਪੈਂਦਾ। ਤਾਂ ਤੁਹਾਨੂੰ ਲੱਗਦਾ ਹੈ ਕਿ ਹੁਣ ਜਦੋਂ ਹੁਣ ਚਲੋ ਆ ਪਾਰਲੀਮੈਂਟ ਦਾ ਵੀ ਕਰਾਊਗਾ ਕੰਮ, ਤੇ ਉਦੋਂ ਵੀ ਅਸਰ ਪਏਗਾ? ਕਿਸ ਤਰ੍ਹਾਂ ਫਿਰ ਸਾਰੇ ਲੋਕਾਂ ਦੇ ਕਾਰੋਬਾਰ ਵੀ ਚੱਲਣੇ, ਕਿਉਂਕਿ ਕੰਮ ਵੀ ਚੱਲਣਾ ਬਹੁਤ ਜ਼ਰੂਰੀ ਹੈ। ਦੇਖੋ ਇਹ ਕਾਰੋਬਾਰ ਐਸੀ ਚੀਜ਼ ਹੈ ਜਿਹਨੂੰ ਸਾਡੇ ਕੋਲੋਂ, ਜਿਵੇਂ ਚੌੜਾ ਬਾਜ਼ਾਰ ਹੈ ਮੇਨ, ਠੀਕ ਨੇ ਜੀ, ਇੱਥੇ ਕਈ ਤਰ੍ਹਾਂ ਦੇ ਕਿੱਥੋਂ ਅਲੱਗ-ਅਲੱਗ ਤਰ੍ਹਾਂ ਦਾ ਕਸਟਮਰ ਆਉਂਦਾ ਸਾਡੇ ਕੋਲ। ਲੋਕਲ ਕਸਟਮਰ ਤਾਂ ਹੈ ਨਹੀਂ ਸਾਡੇ ਕੋਲ, ਸਾਰਾ ਪਿੰਡਾਂ ਦਾ ਕਸਟਮਰ ਹੀ ਟੋਟਲੀ ਆਲ ਓਵਰ ਪਿੰਡਾਂ ਦਾ, ਬਾਹਰ ਦਾ ਕਸਟਮਰ ਹੈ। ਲੁਧਿਆਣੇ ਦਾ ਕਸਟਮਰ ਸਾਡੇ ਕੋਲ ਕੁਝ ਨਹੀਂ ਹੈਗਾ, ਠੀਕ ਹੈ ਨਾ। ਦੇਖੋ ਜੇ ਆਹ ਚੀਜ਼ਾਂ ਬੰਦ ਹੁੰਦੀਆਂ, A to Z ਬੰਦ ਕਰਦੇ ਹੋ, ਸਭ ਕੁਝ ਤੁਸੀਂ ਕਰਦੇ ਹੋ, ਬਿਜ਼ਨਸ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਵਾ। ਕਿਉਂਕਿ ਸਾਰੇ ਜਿੰਨੇ ਵੀ ਇਹ ਬਜ਼ੁਰਗ ਹੈ, ਮਾਤਾ ਭੈਣਾਂ ਸਾਡੀ, ਸਾਰੇ ਉੱਥੇ ਧਰਨੇ 'ਤੇ ਬੈਠੇ ਹੋਏ ਨੇ ਆਲਮੋਸਟ, ਠੀਕ ਹੈ ਜੀ। ਅਸੀਂ ਤਾਂ ਮੋਦੀ ਨੂੰ ਇਹ ਕਹਿੰਦੇ ਕਿ ਚੱਕੇਗਾ ਤੇ ਤਾਂ ਹੀ ਅੱਗੇ ਕਾਰੋਬਾਰ ਵਿਕੇਗਾ। ਕਾਰੋਬਾਰ ਜਿਉਂ ਧਰਨਾ ਵੱਧਦੀ ਜਾਂਦਾ ਉਹ ਕਾਰੋਬਾਰ ਦਾ ਸਲੰਪ ਹੋ ਜਾਂਦਾ। ਇੱਕ ਧਾਗਾ ਸੀਗਾ, ਧਾਗੇ ਨੇ ਐਸਾ ਜੰਪ ਮਾਰਿਆ 120 ਰੁਪਏ ਕਿਲੋ ਵੱਧ ਗਿਆ ਜੀ। 120 ਰੁਪਏ ਕਿਲੋ ਧਾਗਾ ਮੇਨੇ ਰਖਾਂਦਾ, ਜੇ 120 ਰੁਪਏ ਧਾਗਾ ਵਧਿਆ ਨਾ, ਆਟਾ ਦਾਲ ਹਰੇਕ ਚੀਜ਼ ਉਸ ਨਾਲ ਵਧੇਗੀ। ਕੋਈ ਬਿਜ਼ਨਸ ਦੀ ਬੜੀ ਵੱਡੀ ਲਾਈਨ ਹੈ, ਚੀਜ਼ ਹੈ ਕਿ ਅਸਾਂ ਮੋਦੀ ਅੱਗੇ ਬੇਨਤੀ ਕਰਨਾ ਚਾਹੁੰਦੇ ਕਿ ਇਹ ਤਿੰਨੋਂ ਕਾਨੂੰਨ ਵਾਪਸ ਲਵੇ, ਜਿਨ੍ਹਾਂ ਨਾਲ ਕਿ ਸਾਰੇ ਪਾਸੇ ਸੁੱਖ ਸ਼ਾਂਤੀ ਨਿਕਲੇ, ਠੀਕ ਹੈ ਜੀ। ਫਿਰ ਉਹੀ ਹਾਲ ਨਾ ਹੋਵੇ ਕਿ ਇੱਕ ਕਹਿੰਦੇ ਆ ਨਾ ਕਿ ਸਰਕਾਰਾਂ ਨੂੰ ਇੱਕ ਆਮ ਜਨਤਾ ਹੀ ਚੁਣਦੀ ਹੈ। ਇਹ ਨਾ ਹੋ ਜਾਵੇ ਕਿ ਮੋਦੀ ਤੱਕ ਤੋਂ ਤਾਜ ਵੀ ਚਲਾ ਜਾਵੇ ਤੇ ਇੱਧਰ ਜਿਹੜੀ ਆਪਣਾ ਸਾਡਾ ਕੈਪਟਨ ਰਲਿਆ ਪਿਆ ਨਾਲ ਇਹਦਾ ਵੀ ਤੱਕ ਤੋਂ ਤਾਜ ਚਲਾ ਜਾਵੇ। ਮੈਂ ਤਾਂ ਬੇਨਤੀ ਹੀ ਕਰਨਾ ਚਾਹੁੰਦਾ ਕਿ ਕਿਸਾਨਾਂ ਦੇ ਹੱਕ ਵਿੱਚ ਆਓ। ਕਿਸਾਨ ਇੱਕ ਜਿਹੜਾ ਕਹਿੰਦੇ ਨਾ ਕਿਸਾਨ ਹੈ, ਉਹ ਇੱਕ ਪੂਰੇ ਹਿੰਦੁਸਤਾਨ ਨੂੰ ਰੋਟੀ ਖਵਾਉਣ ਵਾਲਾ ਬੈਠ ਕੇ ਘਰੇ ਖਵਾ ਦਿੰਦਾ, ਠੀਕ ਹੈ ਨਾ। ਜੱਟ ਹੈ, ਜੱਟ ਫਸਲ ਬੁੰਦਾ ਤਾਂ ਹੀ ਦੁਨੀਆ ਰੋਟੀ ਖਾਂਦੀ ਹੈ, ਨਹੀਂ ਤਾਂ ਨਹੀਂ ਖਾ ਸਕਦੀ ਰੋਟੀ। ਤੁਸੀਂ ਆਮ ਦੇਖਦੇ ਹੁੰਦੇ ਹੋ ਕਿ ਕਿਸਾਨ ਜਿਹੜੇ ਸੜਕਾਂ ਦੇ ਉੱਤੇ ਬੈਠੇ ਹੋਏ ਨੇ, ਖਬਰਾਂ 'ਚ ਵੀ ਦੇਖਦੇ ਹੁੰਦੇ ਹੋ, ਤੇ ਹੁਣ ਜਿਹੜੇ ਆ ਪ੍ਰੋਗਰਾਮ ਆ ਰਹੇ ਨੇ, ਤੁਹਾਨੂੰ ਲੱਗਦਾ ਹੈ ਕਿ ਅਸਰ ਪਊਗਾ ਸਰਕਾਰ ਤੇ? ਕਿਉਂਕਿ ਹਜੇ ਤੱਕ ਕੋਈ ਅਸਰ ਨਹੀਂ ਦੇਖਿਆ। ਸਰਕਾਰ ਤੇ ਵੀਰੇ ਅਸਰ ਪਊਗਾ, ਸਰਕਾਰ ਤੇ ਅਸਰ ਇਉਂ ਅਸਰ ਪਊਗਾ। ਇੱਕ ਪਾਸੇ ਤਾਂ ਮੋਦੀ ਆ ਇਕੱਲਾ, ਉਹਨੂੰ ਆਪਦੀ ਮਤਲਬ ਮਾਣ ਸਨਮਾਨ ਦੀ ਹੈ, ਇੱਕ ਪਾਸੇ ਲੱਖਾਂ ਸਰਦਾਰ ਬੈਠੇ ਨੇ। ਨਾਲੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਵਾਂ ਵੀ ਇਹ ਜਿਹੜਾ ਸੰਘਰਸ਼ ਆ ਨਾ, ਇਹ ਇਕੱਲਾ ਜਥੇਬੰਦੀਆਂ ਦਾ ਨਹੀਂ ਹੈਗਾ ਸੰਘਰਸ਼, ਇਹ ਸਾਡਾ ਸਾਰਿਆਂ ਦਾ ਸੰਘਰਸ਼ ਆ। ਕਿਸੇ ਜਥੇਬੰਦੀ ਨੇ ਆਪਦੇ ਲਈ ਨਹੀਂ ਜਾਣਾ, ਹਰੇਕ ਬੰਦੇ ਨੇ ਆਪਦੇ ਲਈ ਜਾਣਾ। ਜੇ ਮੰਨ ਲਓ ਹੁਣ ਇਹ ਸਾਰਾ ਕੁਝ ਮੋਦੀ ਪਾਸ ਕਰਾ ਲੈਂਦਾ ਤਾਂ ਇਹਦਾ ਇਹ ਹੋਊਗਾ ਯਾਰ, ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਟਾਂਡਾ ਛੱਲੀ ਨੂੰ ਲੱਗਦਾ ਹੁੰਦਾ, ਛੱਲੀ ਟਾਂਡੇ ਨੂੰ ਲੱਗਦੀ ਆ ਕਿ ਥੱਲੇ ਲੱਗਦੀ ਆ, ਉਹ ਕੀ ਕਿਸੇ ਦੀ ਜ਼ਮੀਨ ਖਰੀਦਣਗੇ, ਕੀ ਖੇਤੀ ਕਰਨਗੇ, ਠੀਕ ਆ। ਬਾਕੀ ਇਹ ਕਹਿਣੀ ਚਾਹੁੰਦਾ ਵੀ ਇਹ ਜਿਹੜੇ ਨੌਜਵਾਨ ਆ ਇਹਨਾਂ ਨੂੰ ਆਪਸ ਵਿੱਚ ਏਕਾ ਕਰਕੇ ਚੱਲਣਾ ਚਾਹੀਦਾ, ਠੀਕ ਹੈ ਜੀ। ਏਕੇ ਦਾ ਐ ਆ ਜਿਨ੍ਹਾਂ ਨੂੰ ਸਾਈਕਲ ਨਹੀਂ ਜੁੜਦਾ ਹੁੰਦਾ ਸੀ, ਅੱਜ ਉਹ ਉੱਥੇ ਬੈਠ ਕੇ ਲਾਲ ਨੀਕਰਾਂ ਲਾਲ ਝੰਡੀਆਂ ਵਾਲੇ ਉਹ ਉੱਥੇ ਬੈਠ ਕੇ ਸਰਦਾਰੀਆਂ ਕਰਦੇ ਆ। ਇਹ ਜਿਹੜਾ ਇਕੱਠ ਸੀਗਾ ਨਾ, ਇਕੱਠ ਕੀਤਾ ਸੀ, ਇਹ ਸਾਰਾ ਦੀਪ ਸਿੱਧੂ ਤੇ ਲੱਖੇ ਸਿਧਾਣੇ ਨੇ ਇਕੱਠ ਕੀਤਾ ਸੀ। ਇਹਦਾ ਹੁਣ ਜਿਹੜਾ ਸ਼੍ਰੇਅ ਆ ਉਹ ਲੈ ਰਹੇ ਆ ਮੇਨ ਜਿਹੜੇ ਮੂਹਰੇ ਆ ਇਕੱਠ ਕਰਨ ਵਾਲੇ ਇਹ ਸੀ ਵੀਰੇ। ਇਹ ਸਾਰੇ ਜਿਹੜਾ ਇਹ ਇਕੱਠ ਕੀਤਾ ਸੀ ਇਹਨਾਂ ਨੇ। ਨਾਲੇ ਮੋਦੀ ਹੁਣਾਂ ਨੂੰ ਇਹ ਤਾਂ ਪਤਾ ਨਹੀਂਗਾ ਵੀ ਅਸੀਂ ਆਪ ਕੌਣ ਆ, ਕਿਵੇਂ ਆ। ਉਹ ਸਾਡਾ ਇੱਕ ਵਾਰੀ ਇਤਿਹਾਸ ਪੜ੍ਹ ਲੈਂਦੇ ਸਿੱਖਾਂ ਦਾ, ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਅਸੀਂ ਪੰਜਾਬ 'ਚ ਨਾ ਆਈਏ, ਠੀਕ ਹੈ ਜੀ। ਬਸ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਇਹਨਾਂ ਨੂੰ ਆਪਦਾ ਏਕਾ ਕਰਕੇ ਚੱਲਣਾ ਚਾਹੀਦਾ। ਬਾਈ ਜੀ ਹੁਣ ਇਹਨਾਂ ਨੇ ਵੀ ਉਹ ਕੀਤੀ ਆ, ਉਹੀ ਗੱਲ ਹੈ, ਕਹਿੰਦੇ ਕਿ ਏਕਾ ਕਰਨਾ ਚਾਹੀਦਾ ਜ਼ਰੂਰ। ਏਕੇ ਹੋਊਗਾ ਹੁਣ ਤਾਂ ਪਹਿਲਾਂ ਵਾਲਾ ਏਕਾ? ਦੇਖੋ ਅਸੀਂ ਤਾਂ ਚਾਹੁੰਦੇ ਹਾਂ ਵੀ ਏਕਾ ਹੋਵੇ, ਪਰ ਜਿਹੜੀਆਂ ਇਹਨਾਂ ਜਥੇਬੰਦੀਆਂ ਦੇ ਨੇਤਾ ਬੈਠੇ ਨੇ, ਔਰ ਮੈਂ ਤੁਸੀਂ ਦੁਬਾਰਾ ਆਏ ਹੋ, ਮੈਂ ਤੁਹਾਨੂੰ 1 ਮਿੰਟ ਹੀ ਤੁਹਾਡਾ ਲੈਣਾ, ਵੀਡੀਓ ਵੀ ਬਹੁਤ ਲੰਬੀ ਹੋ ਗਈ। ਹੁਣ ਇਹ ਜਿਹੜੀਆਂ ਜਥੇਬੰਦੀਆਂ ਨੇ, ਭੇਡਾਂ ਕਹੂੰਗਾ ਮੈਂ ਇਹਨਾਂ ਨੂੰ, ਇਹ ਹੁਣ ਲੱਖੇ ਤੇ ਦੀਪ ਦੇ ਵਿੱਚ ਵੀ ਪਾੜ ਪਾਉਣ ਲੱਗੀਆਂ ਨੇ। ਲੱਖੇ ਨੂੰ ਕਹਿੰਦੀਆਂ ਨੇ ਸਾਡੀ ਸਟੇਜ ਤੇ ਤੂੰ ਆ ਜਾ, ਤੇ ਦੀਪ ਸਿੱਧੂ ਨੂੰ ਹਲੇ ਵੀ ਗਦਾਰ ਦੱਸਦੀਆਂ ਨੇ। ਇਹਨਾਂ ਦਾ ਕਾਰਨ ਇਹਨਾਂ ਨੂੰ ਪੁੱਛੇ ਵੀ ਇਹ ਕਾਰਨ ਕੀ ਆ। ਵੀ ਜੇ ਤੁਸੀਂ ਕਹਿੰਦੇ ਹੋ ਦੀਪ ਸਿੱਧੂ, ਤੁਹਾਡਾ ਉੱਥੇ 4 ਤੋਂ 5 ਲੱਖ ਬੰਦਾ ਸੀਗਾ ਜਦੋਂ ਆਪਾਂ 26 ਜਨਵਰੀ ਨੂੰ ਉੱਥੇ ਗਏ ਸੀ, 4 ਤੋਂ 5 ਲੱਖ, ਇਟ ਮੀਨਸ ਤੁਸੀਂ ਇੰਨਾ ਦੀਪ ਸਿੱਧੂ ਨੂੰ ਇੰਨੇ ਜੋਗਾ ਸਮਝਦੇ ਹੋ ਵੀ ਉਹ 4-5 ਲੱਖ ਬੰਦਾ ਆਪਣੇ ਮਗਰ ਲਾ ਕੇ ਉੱਥੇ ਲੈ ਗਿਆ। ਜੇ ਉਹ ਲਾ ਕੇ ਲੈ ਗਿਆ, ਤੁਹਾਨੂੰ ਤਾਂ ਉਹਦੇ ਮੈਂ ਤਾਂ ਕਹੂੰਗਾ ਪੈਰੀ ਪੈਣਾ ਚਾਹੀਦਾ ਵੀ ਭਾਈ ਤੂੰ ਆ 4-5 ਲੱਖ ਬੰਦਾ ਫੇਰ ਇਕੱਠਾ ਕਰਤੇ ਅਸੀਂ ਕੱਲ ਨੂੰ ਚੱਲੀਏ। ਇਹ ਹੁਣ ਲੱਖੇ ਤੇ ਦੀਪ ਦੇ ਵਿੱਚ ਵੀ ਪਾੜ ਪਾਉਣਾ ਚਾਹੁੰਦੇ ਆ। ਤੁਸੀਂ ਸੋਸ਼ਲ ਮੀਡੀਆ ਤੇ ਦੇਖੋ, ਕਈ ਜਿਹੜੇ ਸਮਰਥਕ ਨੇ ਉਹ ਸਿਰਫ ਲੱਖੇ ਸਿਧਾਣੇ ਦੀ ਗੱਲ ਕਰ ਰਹੇ ਆ। ਮੈਂ ਨਾਮ ਨਹੀਂ ਕਿਸੇ ਦਾ ਲਊਂਗਾ, ਉਹ ਸਿਰਫ ਲੱਖੇ ਸਿਧਾਣੇ ਦੀ ਗੱਲ ਕਰ ਰਿਹਾ ਵੀ ਲੱਖਾ ਸਿਧਾਣਾ ਸਟੇਜ ਤੇ ਆ ਜਾਵੇ, ਉਹ ਸਾਡੇ ਤੋਂ ਮਾਫੀ ਮੰਗ ਲਵੇ, ਦੀਪ ਸਿੱਧੂ ਮਾਫੀ ਮੰਗ ਲਵੇ। ਦੀਪ ਸਿੱਧੂ ਦਾ ਨਾਮ ਕਿਤੇ ਵੀ ਲਿਆ ਨਹੀਂ ਜਾ ਰਿਹਾ। ਕਾਰਨ ਕੀ ਆ? ਇਹ ਜਥੇਬੰਦੀਆਂ ਨੂੰ ਸਪਸ਼ਟ ਕਰਨਾ ਪਊਗਾ ਬਈ ਦੀਪ ਸਿੱਧੂ ਤੁਹਾਨੂੰ ਗਦਾਰ ਕਿਹੜੇ ਪਾਸਿਓਂ ਲੱਗਦਾ, ਜਾਂ ਤਾਂ ਤੁਸੀਂ ਉਹਦੀ ਗਦਾਰੀ ਸਾਬਤ ਕਰੋ। ਮੈਂ ਹੁਣ ਇੱਥੇ ਇੱਕ ਥੋੜੀ ਜਿਹੀ ਪੋਲੀਟੀਕਲ ਲਾਈਨ ਇੱਕ ਲਊਂਗਾ। ਆਮ ਆਦਮੀ ਪਾਰਟੀ ਨੇ ਜਿਹੜਾ ਉਹਨਾਂ ਦਾ ਪੰਜਾਬ ਪ੍ਰਧਾਨ ਸੀ ਪਹਿਲਾਂ, ਉਹਦਾ ਕਹਿੰਦੇ ਸੀ ਜੀ, ਉਹਦਾ ਨਾਮ ਮੈਨੂੰ ਭੁੱਲ ਗਿਆ, ਉਹਦਾ ਛੋਟੇਪੁਰ,
ਛੋਟੇਪੁਰ ਜੀ ਨੂੰ ਕਹਿੰਦੇ ਸੀ ਇਹਦਾ ਸਟਿੰਗ ਆ ਗਿਆ ਜੀ, ਇਹਨੇ 2 ਲੱਖ ਰੁਪਏ ਲਿਆ। ਉਹ ਜਿੱਦਾਂ ਅੱਜ ਤੱਕ ਸਟਿੰਗ ਨਹੀਂ ਆਇਆ, ਉਦਾਂ ਹੀ ਦੀਪ ਸਿੱਧੂ ਦੀ ਗਦਾਰੀ ਸਾਹਮਣੇ ਨਹੀਂ ਆਣੀ। ਇਹ ਸਿਰਫ ਆਪਣੀਆਂ ਰੋਟੀਆਂ ਸੇਕ ਰਿਹਾ, 2022 ਦੀ ਇਲੈਕਸ਼ਨ ਦੀ ਤਿਆਰੀ ਕਰ ਰਹੇ ਆ ਵੀ ਅਸੀਂ ਕਿਸੇ ਪਾਰਟੀ ਤੋਂ ਟਿਕਟ ਲੈ ਕੇ ਅਸੀਂ ਵਿਧਾਨ ਸਭਾ 'ਚ ਪਹੁੰਚ ਕੇ ਬਸ ਆਨੰਦ ਮਾਣੀ। ਨਹੀਂ, ਗਦਾਰੀ ਦੀਪ ਸਿੱਧੂ ਦੀ ਆ ਵੀ ਅੱਜ ਉਹ ਕਾਲੇ ਪਾਣੀਆਂ ਵਾਂਗੂ ਸਜ਼ਾ ਕੱਟ ਰਿਹਾ, ਅੱਜ ਉਹਦੀ ਜ਼ਮਾਨਤਾਂ ਨਹੀਂ ਹੋ ਰਹੀਆਂ, ਅੱਜ ਜਿਹੜੇ ਉਹਦੇ ਸੰਗੀ ਸਾਥੀ ਨੇ ਉਹ ਦਰ ਦੀਆਂ ਠੋਕਰਾਂ ਖਾ ਰਹੇ, ਇਹ ਗਦਾਰੀ ਆ। ਤੇ ਦੂਜੇ ਪਾਸੇ ਜਿਹੜੀ ਤੁਸੀਂ ਕਹਿੰਦੇ ਹੋ ਮਹਾਨ ਸੋਚ ਆ ਜਿਹੜੀ ਜਥੇਬੰਦੀਆਂ ਦੀ, ਉਹ ਇਹਨਾਂ ਦੇ ਵੀ ਉਹੀ ਕੇਸ ਨੇ, 307 ਦੇ ਮੁਕੱਦਮੇ ਜਥੇਬੰਦੀਆਂ ਦੇ ਵੀ ਨੇ, ਪਰ ਇਹ ਜਹਾਜ਼ਾਂ ਦੀਆਂ ਸੈਰਾਂ ਕਰਦੇ ਨੇ, ਇਹਨਾਂ ਦੇ ਆਧਾਰ ਕਾਰਡ ਲੱਗਦੇ ਹੀ ਨੇ 에ਅਰਪੋਰਟ ਤੇ ਜਦੋਂ ਜਾਂਦੇ ਆ। ਇਦਾਂ ਤਾਂ ਨਹੀਂ ਵੀ ਪਾਇਲਟ ਇਹਨਾਂ ਦੇ ਫੁੱਫੜ ਦਾ ਮੁੰਡਾ ਲੱਗਦਾ ਵੀ ਨਾਲ ਭਾ ਕੇ ਲੈ ਗਿਆ ਉਹਦੀ ਸੀਟ ਤੇ, ਅਸਲ ਵਿੱਚ ਤਾਂ ਇਹਨਾਂ ਦੇ ਵੀ ਆਧਾਰ ਕਾਰਡ ਲੱਗਦੇ ਹੀ ਨੇ ਨਾ। ਫਿਰ ਇਹਨਾਂ ਤੇ ਕਿਉਂ ਨਹੀਂ ਸ਼ਿਕੰਜਾ ਕੱਸਿਆ ਜਾ ਰਿਹਾ? ਜੇ ਸਰਕਾਰ ਵੱਲੋਂ ਪਰਚੇ ਤੁਹਾਡੇ ਤੇ ਬਰਾਬਰ ਦੇ ਦਰਜ ਕੀਤੇ ਜਾ ਰਹੇ ਆ, ਫਿਰ ਐਕਸ਼ਨ ਕਿਉਂ ਨਹੀਂ ਬਰਾਬਰ ਦਾ ਹੋ ਰਿਹਾ? ਇਹਨਾਂ ਨੂੰ ਵੀ ਜਾਂ ਤਾਂ ਫਿਰ ਫੜ ਕੇ ਅੰਦਰ ਦੱਬੋ, ਇਹਨਾਂ ਨੂੰ ਅੰਦਰ ਬਿਠਾਓ, ਇਹਨਾਂ ਨੂੰ ਜਥੇਬੰਦੀਆਂ ਨੂੰ, ਬੱਤੀ ਦੇ ਬੱਤੀਆਂ ਨੂੰ। ਬਈ ਆਖਰੀ ਸਵਾਲ ਆ, ਸਫਲ ਰਹੂਗਾ? ਬਿਲਕੁਲ ਸਫਲ ਰਹੂਗਾ ਜੀ। ਉਹ ਕਰਤਾਰ ਸਿੰਘ ਸਰਾਭੇ ਹੁਣੀ ਗਾਉਂਦੇ ਹੁੰਦੇ ਸੀ, ਹਿੰਦ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ 'ਚੋਂ ਨਾ ਭੁਲਾ ਜਾਣਾ, ਖਾਤਰ ਦੇਸ਼ ਦੀ ਲੱਗਿਆ ਚੜ੍ਹਨ ਫਾਸੀ, ਕਿਤੇ ਸਾਨੂੰ ਵੇਖ ਕੇ ਨਾ ਘਬਰਾ ਜਾਣਾ। ਸੋ ਦੀਪ ਸਿੱਧੂ ਦੇ ਲੱਖੇ ਵਰਗੇ ਯੋਧੇ ਜੰਮਦੇ ਰਹਿਣਗੇ, ਪਹਿਲਾਂ ਵੀ ਕਰਤਾਰ ਸਿੰਘ ਸਰਾਭੇ ਵਰਗੇ ਜੰਮ ਕੇ ਇਸ ਮੁਲਕ ਨੂੰ ਯਾਦ ਕਰਾ ਗਏ। ਇਹ ਹੁਣ ਵੀ ਕਿਸਾਨੀ ਸੰਘਰਸ਼ ਹੈ, ਇਹਦਾ ਜਿਹੜਾ ਸਿਹਰਾ ਆ ਨੌਜਵਾਨਾਂ ਦੇ ਸਿਰ ਤੇ ਹੀ ਰਹਿਣਾ ਆ। ਬਹੁਤ ਕੱਲ ਹੁਮ ਹਮਾ ਕੇ ਪਹੁੰਚੋ ਗੁਲਮੋਹਰ ਹੋਟਲ ਦੇ ਬਾਹਰ, ਉੱਥੇ ਅਸੀਂ ਖੂਨਦਾਨ ਕੈਂਪ ਲਾ ਰਹੇ ਹਾਂ। ਬਾਈ ਦੀਪ ਸਿੱਧੂ ਦਾ ਜਨਮ ਦਿਨ ਹੈ ਕੱਲ। ਸੋ ਮੈਂ ਨੌਜਵਾਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਮੈਂ ਅਪੀਲ ਕਰਦਾ ਵੀ ਕੱਲ ਨੂੰ ਪਹੁੰਚੋ, ਜੋ ਵੀ ਤਿਲ ਫੁੱਲ ਭੇਟਾ ਤੁਸੀਂ ਖੂਨ ਦੀ ਇਹ ਬਹੁਤ ਵੱਡੀ ਸੇਵਾ ਉਹ 'ਚ ਦੇ ਸਕਦੇ ਹੋ। ਆਓ ਮਿਲ ਕੇ ਆਪਾਂ ਦੀਪ ਸਿੱਧੂ ਦਾ ਜਿਹੜਾ ਜਨਮ ਦਿਨ ਆ ਉਹ ਇਸ ਖੂਨਦਾਨ ਦੇ ਕੈਂਪ ਦੇ ਨਾਲ ਮਨਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਭਾਈ ਜੀ ਸਫਲ ਹੋਵਾਂਗੇ? ਦੇਖੋ ਜੀ, ਜੇ ਨੌਜਵਾਨੀ ਤੁਹਾਨੂੰ ਪਤਾ ਗੇਅਰ ਆਪਣਾ ਉੱਪਰਲਾ ਗੇਅਰ ਚੱਕਣਾ ਪੈਣਾ, ਫਿਰ ਕਾਮਯਾਬ ਹੋਵਾਂਗੇ। ਜੇ ਆਪਾਂ ਸੋਚਾਂਗੇ ਅਸੀਂ ਪਹਿਲੇ ਗੇਅਰ 'ਚ ਹੀ ਚੱਲੀ ਜਾਵਾਂਗੇ, ਪਹਿਲੇ ਤੋਂ 5ਵੇਂ ਗੇਅਰ 'ਚ ਗੱਡੀ ਚਲਾਣੀ ਪੈਣੀ ਆ, ਤਾਂ ਗੱਡੀ ਦੌੜਨੀ ਆ। ਜੇ ਤੁਸੀਂ ਕਹੋ ਹੁਣ 70-80 ਸਾਲ ਦੇ ਬਜ਼ੁਰਗ ਉਹ ਕੰਮ ਨਹੀਂ ਕਰ ਸਕਦੇ ਜਿਹੜੇ 20-25 ਸਾਲ ਵਾਲਾ ਨੌਜਵਾਨ ਕਰ ਸਕਦਾ। ਸਫਲ ਰਹੂ ਭਾਜੀ? ਏਕਤਾ ਜੀ, ਸਫਲਤਾ ਜੀ, ਬਸ ਇੰਨੀ ਗੱਲ। ਏਕਤਾ ਜੀ ਰਹੂ ਭਾਜੀ ਸਫਲ ਪਾਰਲੀਮੈਂਟ? ਬਿਲਕੁਲ ਭਾਜੀ ਰਹੂਗਾ, ਕਿਉਂਕਿ ਇਸ ਵਾਰ ਨੌਜਵਾਨਾਂ ਦੇ ਵਿੱਚ ਨਾ ਜੋਸ਼ ਭਗਤ ਸਿੰਘ ਵਾਲਾ ਆਊਗਾ। ਸੋ ਇਸ ਕਰਕੇ ਇਹ ਸਫਲ ਹੋਣਾ ਹੀ ਹੋਣਾ, ਜੋ ਮਰਜ਼ੀ ਹੋ ਜੇ। ਸਫਲ ਰਹੇਗਾ ਭਾਜੀ? ਪੂਰਾ ਜੀ, ਪੂਰਾ ਸਫਰ ਰਹੇਗਾ, ਪੂਰਾ A to Z ਰਹੇਗਾ ਜੀ ਇਹ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਤੁਸੀਂ ਸੁਣਿਆ ਕਿ ਨੌਜਵਾਨਾਂ ਦੇ ਵਿੱਚ ਪਾਰਲੀਮੈਂਟ ਘਰਾਓ ਨੂੰ ਲੈ ਕੇ ਤਾਂ ਜ਼ਰੂਰ ਜੋਸ਼ ਹੈਗਾ, ਪਰ ਨਾਲ ਹੀ ਲੱਖਾ ਸਿਧਾਣਾ ਤੇ ਦੀਪ ਸਿੱਧੂ ਦਾ ਵੀ ਲਈ ਪਿਆਰ ਵੀ ਤੁਸੀਂ ਦੇਖਿਆ ਕਿ ਉਹਨਾਂ ਦੇ ਲਈ ਵੀ ਕਿੰਨਾ ਕੁ ਪਿਆਰ ਹੈ, ਕਿੰਨਾ ਕੁ ਜੋਸ਼ ਉਹਨਾਂ ਦੇ ਲਈ ਹੈ। ਤਾਂ ਵਧੇਰੇ ਅਪਡੇਟਸ ਸੀ ਸਾਨੂੰ ਜੁੜੇ ਰਹੋ। ਕੈਮਰਾਮੈਨ ਸਤਨ ਮਠਾੜੋ ਦੇ ਨਾਲ ਸਰਮਜੀਤ ਸਿੰਘ ਲੁਧਿਆਣਾ।